ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਉਸ ਪਰਿਪੂਰਨ ਪਰਮਾਤਮਾ ਦਾ ਸੋਹਿਲਾ ਗਾਉਣ ਲਈ ਸਾਨੂੰ ਪ੍ਰੇਰਦੇ ਨੇ, ਜੋ ਸਭ ਦਾ ਕਰਤਾ ਹੈ, ਤੇ ਨਾਲ ਬਚਨ ਕਰਦੇ ਨੇ ਇਸ ਸੋਹਿਲੇ ਤੋਂ ਕੁਰਬਾਨ ਜਾਵਾਂ, ਜਿਸ ਦੇ ਨਾਲ ਸਾਡੇ ਅੰਦਰ ਨੂੰ ਆਤਮਿਕ ਸੁਖ ਮਿਲਦਾ ਹੈ। ਪਰ ਨਾਲ ਇਹ ਬਖਸ਼ਿਸ਼ ਭਰਿਆ ਬਚਨ ਸਾਨੂੰ ਸੁਚੇਤ ਵੀ ਕੀਤਾ ਕਿ ਇਹ ਇਨਸਾਨ ਮੌਤ ਵਾਲਾ ਦਿਨ ਬਿਲਕੁਲ ਨਜ਼ਦੀਕ ਆ ਰਿਹਾ ਹੈ, ਤੇ ਕਿਤਨਾ ਚੰਗਾ ਹੋਵੇ ਕਿ ਤੂੰ ਇਸ ਸੰਸਾਰ ਤੋਂ ਕੂਚ ਕਰ ਲੱਗਿਆ, ਉਸ ਤੋਂ ਪਹਿਲਾਂ ਪਰਿਪੂਰਨ ਪਰਮਾਤਮਾ ਦਾ ਸੋਹਿਲਾ ਗਾਣਾ ਸਿੱਖ ਜਾ। ਪਰ ਚੇਤੇ ਰੱਖਿਓ, ਸੋਹਿਲਾ ਨਿਰਭਉ ਦਾ ਗਾਣਾ ਹੈ, ਤੇ ਸਤਿਗੁਰੂ ਜੀ ਨੇ ਪਹਿਲੇ ਸ਼ਬਦ ਵਿੱਚ ਰਹਾਉ ਦੇ ਬਚਨ ਵੀ ਇਹ ਕਹੇ ਨੇ ਕਿ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਤੁਸੀਂ ਗਾਵੋ ਮੇਰੇ ਉਸ ਨਿਰਭਉ ਪਰਮਾਤਮਾ ਦਾ ਸੋਹਿਲਾ। ਹਜ਼ੂਰ ਨੇ ਕਿਰਪਾ ਕੀਤੀ, ਇੱਕ ਸ਼ਬਦ ਵਰਤਿਆ ਕਰਤਾ, ਤੇ ਦੂਸਰਾ ਸ਼ਬਦ ਇਸੇ ਹੀ ਪਹਿਲੇ ਅੰਮ੍ਰਿਤ ਬਚਨ ਵਿੱਚ ਵਰਤਿਆ ਹੈ, ਨਿਰਭਉ। ਕਰਤੇ ਦਾ ਅਖਰੀ ਅਰਥ ਹੈ ਸਭ ਕੁਝ ਬਣਾਉਣ ਵਾਲਾ, ਤੇ ਨਿਰਭਉ ਦਾ ਅਰਥ ਆਪ ਸਮਝਦੇ ਹੋ ਕਿ ਜਿਸ ਨੂੰ ਕਿਸੇ ਕਿਸਮ ਦਾ ਕੋਈ ਵੀ ਭੈ ਨਹੀਂ। ਤੇ ਜਿੱਥੇ ਉਹ ਪਰਿਪੂਰਨ ਪਰਮਾਤਮਾ ਕਰਤਾ ਹੈ, ਨਿਰਭਉ ਹੈ, ਤੇ ਨਿਰਭਉ ਹੋਣ ਦੇ ਨਾਲ ਨਾਲ ਉਸ ਪਰਮ ਪਿਤਾ ਪਰਮੇਸ਼ਵਰ ਦਾ ਇਹ ਬਹੁਤ ਵੱਡਾ ਗੁਣ ਹੈ ਕਿ ਉਹ ਨਿਰਵੈਰ ਵੀ ਹੈ। ਧਿਆਨ ਦਿਆ ਜੇ, ਇਸ ਸ਼ਬਦ ਦੇ ਅਰਥ ਤਾਂ ਸਮਝ ਪੈਣਗੇ ਜੇ ਆਪਣੇ ਅੰਦਰ ਨੂੰ ਵੈਰ ਦੀ ਦਵੈਸ਼ ਦੀ ਦ੍ਰਿਸ਼ਟੀ ਤੋਂ ਉੱਪਰ ਉਠਾਵਾਂਗੇ। ਜਿੱਥੇ ਉਹ ਕਰਤਾ ਹੈ ਉੱਥੇ ਉਹ ਨਿਰਭਉ ਹੈ। ਜਿੱਥੇ ਉਹ ਨਿਰਭਉ ਹੈ ਉਹ ਕਦੀ ਵੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਉਹ ਨਿਰਵੈਰ ਹੈ। ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਇਸ ਸ਼ਬਦ ਵਿੱਚ ਉਹਨਾਂ ਪੁਰਾਤਨ ਗ੍ਰੰਥਾਂ ਦਾ, ਉਹਨਾਂ ਦੇ ਉਪਦੇਸ਼ ਦਾ, ਉਹਨਾਂ ਦੇ ਰਚੈਤਾ ਦਾ, ਉਹਨਾਂ ਦਾ ਜ਼ਿਕਰ ਕਰਕੇ ਨਾਲ ਇੱਕ ਬਚਨ ਕੀਤਾ, ਚੇਤੇ ਰੱਖੀ, ਇਹਨਾਂ ਸਾਰਿਆਂ ਦਾ ਕਰਤਾ ਕੇਵਲ ਪਾਰ ਬ੍ਰਹਮ ਪਰਮੇਸ਼ਵਰ ਹੈ। ਧਰਮ ਦੀ ਦੁਨੀਆ ਵਿੱਚ ਜੇ ਵੈਰ ਵਾਲੀ ਬਿਰਤੀ ਲੈ ਕੇ ਇਨਸਾਨ ਤੁਰੇਗਾ, ਅੰਦਰ ਦੀ ਦਵੈਸ਼ ਹੈ, ਤੇ ਦਵੈਸ਼ ਕਦੀ ਸਾਡੇ ਅੰਦਰ ਨੂੰ ਇਕਾਗਰਤਾ ਨਹੀਂ ਆਉਣ ਦੇਗੀ। ਹਜ਼ੂਰ ਨੇ ਤਾਂ ਕਿਰਪਾ ਕਰਕੇ ਬਾਣੀ ਵਿੱਚ ਇਹ ਬਚਨ ਵੀ ਕਹੇ ਨੇ, ਕਹਿੰਦੇ ਨੇ ਜਿਸ ਬੰਦੇ ਨਾਲ ਤੇਰਾ ਵੈਰ ਵੀ ਕਹੇ, ਤੂੰ ਯਤਨ ਕਰਕੇ ਕਿਸੇ ਤਰੀਕੇ ਨਾਲ ਉਸ ਦੇ ਵੈਰ ਨੂੰ ਆਪਣੇ ਅੰਦਰੋਂ ਤੂੰ ਮਿਟਾ ਸਕੇ। ਸਿਰਫ ਆਰੰਭ ਵਿੱਚ ਇਸ ਗੱਲ ਨੂੰ ਸਮਝਣ ਲਈ, ਕਿਉਂਕਿ ਕੁਝ ਬਚਨ ਐਸੇ ਹੋਣੇ ਨੇ, ਹੋ ਸਕਦਾ ਕਈ ਸੱਜਣ ਸੁਣ ਤੇ ਮਨ ਵਿੱਚ ਆਵੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਬਾਤਾਂ ਕਿਉਂ। ਹਜ਼ੂਰ ਕਹਿੰਦੇ ਨੇ ਅੰਦਰ ਦੇ ਵੈਰ ਨੂੰ ਮੁਕਾ। ਤਾਂ ਹੀ ਦੋ ਸ਼ਬਦ ਬਾਣੀ ਵਿੱਚ ਆਉਂਦੇ ਨੇ, ਇੱਕ ਰਾਗ ਤੇ ਦੂਸਰਾ ਦਵੈਸ਼, ਇੱਕ ਮਿੱਤਰ ਤੇ ਦੂਸਰਾ ਦੁਸ਼ਮਣ। ਪਿਆਰਿਓ, ਜਿੱਥੇ ਰਾਗ ਹੈ ਉਹ ਵੀ ਪਕੜ ਹੈ, ਤੇ ਜਿੱਥੇ ਦਵੈਸ਼ ਹੈ ਉਹ ਵੀ ਜਕੜ ਹੈ। ਰਾਗ ਨੂੰ ਅਸੀਂ ਪ੍ਰੇਮ ਕਹਾਂਗੇ, ਦਵੈਸ਼ ਨੂੰ ਆਪਾਂ ਵੈਰ ਕਹਾਂਗੇ। ਰਾਗ ਜਦੋਂ ਵੀ ਪੈਦਾ ਹੋਵੇਗਾ, ਪ੍ਰੇਮ ਮੋਹ ਜਦੋਂ ਵੀ ਪੈਦਾ ਹੋਵੇਗਾ, ਉਦੋਂ ਆਪਣਤ ਲਈ, ਆਪਣਿਆਂ ਲਈ ਪੈਦਾ ਹੋਵੇਗਾ। ਤੇ ਦਵੈਸ਼ ਜਦੋਂ ਵੀ ਪੈਦਾ ਹੋਵੇਗੀ, ਉਦੋਂ ਆਪਾਂ ਬੇਗਾਨੇ ਜਿਨ੍ਹਾਂ ਨੂੰ ਜਾਣਦੇ ਹਾਂ ਉਹਨਾਂ ਲਈ ਪੈਦਾ ਕਰਾਂਗੇ। ਫਿਰ ਇਸ ਬੇਨਤੀ ਨੂੰ ਆਪਾਂ ਵਿਚਾਰੀਏ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਕਿ ਫਲਾਣੇ ਬੰਦੇ ਨੂੰ ਮੈਂ ਤਿਆਗ ਦਿੱਤਾ ਹੈ, ਮੈਂ ਕਦੀ ਨਹੀਂ ਉਹਨੂੰ ਮਿਲਦਾ, ਮੇਰਾ ਉਹਦੇ ਨਾਲ ਕੀ ਸੰਬੰਧ। ਯਾਦ ਰੱਖਿਓ, ਪ੍ਰੇਮ ਵੀ ਸੰਬੰਧ ਬਣਾ ਕੇ ਰੱਖਦਾ ਹੈ,
ਤੇ ਘਿਰਣਾ ਵੀ ਸੰਬੰਧ ਬਣਾ ਕੇ ਰੱਖਦੀ ਹੈ। ਪ੍ਰੇਮ ਕਰਕੇ ਸੰਬੰਧ ਬਣਿਆ ਰਹਿੰਦਾ ਕਿ ਆਪਾਂ ਉਹਦੇ ਬਾਰੇ ਚੰਗਾ ਚਿਤਵਾਂਗੇ, ਤੇ ਜਿਹਨੂੰ ਛੱਡ ਦਿੱਤਾ ਅਸੀਂ ਕਹਿੰਦੇ ਆ ਕਿ ਛੱਡ ਦਿੱਤਾ, ਪਰ ਅੰਦਰ ਜੇ ਘਿਰਣਾ ਹੈ, ਬਾਹਰੋਂ ਬੋਲਣਾ ਛੱਡ ਦਿੱਤਾ ਪਰ ਅੰਦਰ ਦੇ ਫੁਰਨਿਆਂ ਤੇ ਨਹੀਂ ਛੱਡਿਆ। ਉਹਦੇ ਪ੍ਰਤੀ ਦਵੈਸ਼, ਉਹਦੇ ਪ੍ਰਤੀ ਈਰਖਾ, ਉਹਦੇ ਪ੍ਰਤੀ ਘਿਰਣਾ, ਉਹਦੇ ਪ੍ਰਤੀ ਨਫ਼ਰਤ। ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਪਰਮਾਤਮਾ ਜੇ ਨਿਰਭਉ ਦਾ ਸੋਹਲਾ ਗਾਉਣ ਲੱਗਾ, ਇਸ ਵੈਰ ਤੋਂ ਵੀ ਉੱਪਰ ਉੱਠ ਕਿ ਦੇਖ ਅਨੇਕਾਂ ਪਰਮਾਤਮਾ ਦੀ ਕੀਰਤੀ ਕਰਨ ਵਾਲੇ ਇਸ ਸੰਸਾਰ ਵਿੱਚ ਆਏ, ਤੇ ਚੇਤੇ ਰੱਖੀ ਇਹ ਕਰਤੇ ਦੀ ਕੀਰਤੀ ਕਰਨ ਵਾਲਿਆਂ ਦੇ ਅਨੇਕਾਂ ਵੇਸ਼ ਨੇ, ਪਰ ਸਾਰਿਆਂ ਦੇ ਪਿਛੋਕੜ ਵਿੱਚ ਕੇਵਲ ਪਾਰ ਬ੍ਰਹਮ ਪਰਮੇਸ਼ਰ ਹੈ। ਇਸ ਗੱਲ ਨੂੰ ਅਸੀਂ ਅੱਜ ਸਮਝਣਾ ਹੈ ਕਿ ਕਰਤੇ ਦੇ ਵੇਸ਼ ਨੇ। ਹਜ਼ੂਰ ਦੀ ਬਾਣੀ ਵਿੱਚੋਂ ਆਰੰਭ ਵਿੱਚ ਅਰਜ਼ ਕਰ ਰਿਹਾ, ਕਿਤਨਾ ਚੰਗਾ ਹੋਵੇ ਅੰਦਰ ਦਾ ਵੈਰ ਕਿਤੇ ਮਿਟੇ, ਪਰ ਮਿਟਦਾ ਨਹੀਂ ਜੇ ਪਿਆਰਿਓ। ਬਾਬਾ ਫਰੀਦ ਜੀ ਨੇ 2 ਬਚਨ ਕਹੇ ਨੇ, ਕਹਿੰਦੇ ਨੇ ਪਿਆਰਿਆ ਕਿ ਜੇ ਆਪਾਂ ਕਿਸੇ ਅਸਥਾਨ ਤੇ ਬੈਠਣਾ ਹੋਵੇ ਤੇ ਜਗ੍ਹਾ ਉੱਚੀ ਨੀਵੀਂ ਹੋਵੇ, ਨਾ ਤਾਂ ਅਸੀਂ ਉਸ ਉੱਚੀ ਨੀਵੀਂ ਥਾਂ ਤੇ ਮੰਜਾ ਵਿਛਾ ਕੇ ਬੈਠ ਸਕਨੇ ਹਾਂ, ਨਾ ਉਸ ਉੱਚੀ ਨੀਵੀਂ ਜਗ੍ਹਾ ਉੱਪਰ ਆਪਾਂ ਕੋਈ ਤੱਪੜ ਵਿਛਾ ਕੇ ਬੈਠ ਸਕਨੇ ਹਾਂ। ਜਿਹੜਾ ਥਾਂ ਹੀ 1 ਫੁੱਟ ਉੱਚਾ 1 ਫੁੱਟ ਨੀਵਾਂ ਹੋਵੇ, ਉਹਦੇ ਤੇ ਬੈਠਣਾ ਵੀ ਮੁਸ਼ਕਲ ਹੈ। ਕਹਿੰਦੇ ਨੇ ਜਿਸ ਅੰਦਰ ਪਰਮਾਤਮਾ ਨੂੰ ਤੂੰ ਬਿਠਾਣਾ ਚਾਹਨਾ, ਜੇ ਇਹ ਉੱਚੇ ਨੀਵੇਂ ਦੇ ਵਿੱਚ ਫਸਿਆ ਰਿਹਾ ਤੇ ਸਾਈਂ ਨੂੰ ਬਿਠਾਏਗਾ ਕਿਤੇ। ਅੰਦਰ ਦੀ ਸੇਜ ਦੇਖ, ਬਾਹਰ ਤੇ ਉੱਚੇ ਨੀਵੇਂ ਥਾਂ ਤੇ ਇਨਸਾਨ ਨਹੀਂ ਬੈਠ ਸਕਦਾ, ਅੰਦਰ ਦੇ ਉੱਚੇ ਨੀਵੇਂ ਥਾਂ ਤੇ ਭਗਵਾਨ ਕਿਵੇਂ ਬੈਠੇਗਾ। ਬਾਬਾ ਜੀ ਨੇ ਬਚਨ ਕੀਤਾ, ਫਰੀਦਾ ਮਨ ਮੈਦਾਨ ਕਰ, ਪੱਧਰਾ ਕਰਦੇ ਮੈਦਾਨ ਦੀ ਤਰ੍ਹਾਂ। ਉੱਚੇਪਨ ਦਾ ਅਰਥ ਹੈ ਹੰਕਾਰ, ਮੇਰੇ ਵਰਗਾ ਕੋਈ ਨਹੀਂ, ਤੇ ਨੀਵੇਂਪਨ ਦਾ ਅਰਥ ਹੈ ਮੇਰਾ ਮੁਕਾਬਲਾ ਇਸ ਬੰਦੇ ਨੇ ਕੀ ਕਰਨਾ। ਉੱਚੇ ਦਾ ਆਖਰੀ ਅਰਥ ਹੈ ਖੌਮੇ, ਤੇ ਨੀਵੇਂ ਦਾ ਆਖਰੀ ਅਰਥ ਹੈ ਹੀਣਤਾ। ਕਿਉਂ? ਜੇ ਅਸੀਂ ਨੀਵੇਂ ਥਾਂ ਤੇ ਇਹਦੇ ਅੰਦਰ ਦੇ ਨਿਮਰਤਾ ਦੇ ਅਰਥ ਨਾ ਸਮਝਣੇ, ਆਪਣੀ ਖੌਮੇ ਰੱਖਣੀ, ਦੂਜੇ ਦੀ ਹੀਣਤਾ ਪ੍ਰਗਟ ਕਰਨੀ, ਆਪਣੇ ਨੂੰ ਆਪ ਨੂੰ ਉੱਚਿਆਂ ਜਾਣਨਾ, ਦੂਸਰੇ ਨੂੰ ਨੀਵਾਂ ਦਿਖਾਣਾ। ਪਿਆਰਿਆ ਜੇ ਬਾਹਰ ਦੀ ਉੱਚੀ ਨੀਵੀਂ ਥਾਂ ਤੇ ਇਨਸਾਨ ਨਹੀਂ ਬੈਠਦਾ, ਤੇ ਅੰਦਰ ਦੇ ਉੱਚੇ ਨੀਵੇਂ ਥਾਂ ਤੇ ਭਗਵਾਨ ਨੂੰ ਕਿੱਥੇ ਬਿਠਾਏਗਾ। ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ। ਟੋਏ ਦਾ ਅਰਥ ਹੈ ਨੀਵਾਂਪਨ, ਤੇ ਟਿੱਬੇ ਦਾ ਅਰਥ ਹੈ ਉੱਚਾਪਨ। ਪੱਧਰਿਆਂ ਕਰਦੇ, ਇਸੇ ਪੱਧਰੇਪਨ ਨੂੰ ਸਮਦ੍ਰਿਸ਼ਟੀ ਕਿਹਾ ਹੈ। ਕਹਿਣ ਲੱਗੇ ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਤੇ ਚੇਤੇ ਰੱਖੀ ਅੱਗੇ ਮੂਲ ਨਾ ਆਵਈ ਦੋਜਕ ਸੰਧੀ ਪਾਹੇ। ਜਿਹੜੀ ਦੋਜਕ ਦੀ ਅੱਗ ਤੋਂ ਤੂੰ ਦਿਨ ਰਾਤ ਡਰਨਾ, ਚੇਤੇ ਰੱਖੀ ਮਰਨ ਤੋਂ ਬਾਅਦ ਜਿਉਂਦੇ ਜੀ ਤੇਰੇ ਸਾਹਮਣੇ ਦੋਜਕ ਦੀ ਅੱਗ ਨਹੀਂ ਆਏਗੀ। ਹੁਣ ਵੈਰ ਭਾਵ ਕਿਵੇਂ ਮਿਟੇ? ਭਾਵਾਂ ਇਹ ਵਿਸ਼ਾ ਨਹੀਂ, ਪਰ ਮੈਨੂੰ ਆਰੰਭ ਵਿੱਚ ਇਹ ਅਰਜ਼ ਕਰਨੀ ਪੈਣੀ ਸੀ ਕਿ ਆਪਣੇ ਅੰਦਰ ਦੀ ਸੰਕੀਰਨਤਾ ਦੇ ਦਰਵਾਜ਼ੇ ਤੋੜ ਕੇ ਮਾੜਾ ਜਿਹਾ ਤੁਰੀਏ ਕਿ ਗੁਰੂ ਜੀ ਦੀ ਵਿਸ਼ਾਲਤਾ ਕਿਤਨੀ ਹੈ। ਬਾਬਾ ਜੀ ਨੇ ਦੂਸਰਾ ਬਚਨ ਕਿਹਾ, ਦੇਖੋ ਸਾਡੇ ਜਿਹੜੇ ਚਿਤਵਨੀ ਦੇ ਫੁਰਨੇ ਨੇ ਨਾ, ਇਹ ਵੀ ਦੂਸਰੇ ਬੰਦੇ ਤੱਕ ਪਹੁੰਚਦੇ। ਅਸੀਂ ਜੇ ਕਹੀਏ ਵੀ ਨਹੀਂ ਪਹੁੰਚਦੇ, ਭੁਲੇਖਾ ਹੈ ਮਨ ਵਿੱਚ। ਆ ਕਈ ਵਾਰੀ ਅਸੀਂ ਸ਼ਬਦ ਵਰਤਨੇ ਆ, ਬੜੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਕਿ ਕਿਸੇ ਥਾਂ ਤੇ ਸਿੱਖ ਨੇ ਅਰਦਾਸ ਕਰਕੇ ਚੇਤੇ ਕੀਤਾ ਤੇ ਗੁਰੂ ਜੀ ਉੱਥੇ ਆ ਗਏ। ਹੁਣ ਇਹ ਕਰਾਮਾਤ ਨਾਲ ਨਾ ਜੋੜੋ। ਅੱਜ ਵੀ ਤੁਸੀਂ ਦੇਖੋ, ਬੱਚੇ ਉੱਤੇ ਮੁਸੀਬਤ ਪੈ ਜਾਏ, ਮਾਂ ਉਹਦੇ ਤੋਂ ਸੈਂਕੜੇ ਕੋਹ ਦੂਰ ਹੋਵੇ, ਤੇ ਜਦੋਂ ਬੱਚਾ ਕੇਵਲ ਮਾਂ ਨੂੰ ਦੁੱਖ ਵਿੱਚ ਹਾਏ ਮਾਂ ਹੀ ਕਹਿੰਦਾ, ਪਤਾ ਨਹੀਂ ਮਾਂ ਨੂੰ ਰੋਟੀ ਵੀ ਚੰਗੀ ਨਹੀਂ ਲੱਗਦੀ, ਘਰ ਵੀ ਚੰਗਾ ਨਹੀਂ ਲੱਗਦਾ, ਤੇ ਉਹ ਕਹਿਣ ਵੀ ਲੱਗ ਪੈਂਦੀ ਹੈ, ਪਤਾ ਨਹੀਂ ਅੱਜ ਮੇਰਾ ਦਿਲ ਜਿਵੇਂ ਕਾਲਜਾ ਮੇਰਾ ਕੱਢ ਕੇ ਲਿਜਾਂਦਾ ਪਿਆ ਹੈ। ਕਿਉਂ? ਬੱਚੇ ਦੇ ਦੁੱਖ ਦੇ ਫੁਰਨੇ ਮਾਂ ਤੇ ਅਸਰ ਕਰ ਗਏ, ਬੱਚੇ ਦੇ ਮਮਤਾ ਦੇ ਫੁਰਨੇ ਮਾਂ ਉੱਤੇ ਅਸਰ ਕਰ ਗਏ। ਤੇ ਜਿਹੜਾ ਬੰਦਾ ਬੁਰਾ ਸੋਚਦਾ ਹੈ ਨਾ, ਗੁਰਮਖੋ ਉਹਦੇ ਪ੍ਰਤੀ ਕਦੀ ਦਿਨ ਵਿੱਚ ਚੰਗੇ ਫੁਰਨੇ ਬਣਾਉਣੇ ਸ਼ੁਰੂ ਕਰ ਦਿਓ, ਤੇ ਯਕੀਨ ਕਰਿਓ ਬੁਰਾ ਮੰਗਣ ਵਾਲਿਆਂ ਲਈ ਚੰਗੇ ਫੁਰਨੇ ਬਣਾਓਗੇ, ਇੱਕ ਦਿਨ ਉਹ ਖੁਦ ਆ ਕੇ ਕਹਿਣਗੇ ਮੈਨੂੰ ਬਖਸ਼ ਦੇ। ਅਸਲੀਅਤ ਹੈ, ਉਹ ਫੁਰਨੇ ਉਹਦੇ ਤੱਕ ਪਹੁੰਚਦੇ ਨੇ। ਬਾਬਾ ਜੀ ਨੇ ਬਚਨ ਕੀਤਾ ਹੈ, ਕਹਿਣ ਲੱਗੇ ਫਰੀਦਾ ਬੁਰੇ ਦਾ ਭਲਾ ਕਰ।
ਭਲੇ ਦਾ ਭਲਾ ਵੀ ਨਹੀਂ ਲੋਕ ਕਰਦੇ। ਚੇਤੇ ਰੱਖਿਓ, ਇਹ ਤੇ ਸਾਡਾ ਸੁਭਾਗ ਹੈ, ਜਿਹੜਾ ਭਲਾ ਕਰਦਾ ਅਸੀਂ ਉਹਦਾ ਹੀ ਬੁਰਾ ਕਰਨੇ ਹਾਂ, ਤੇ ਜਿਹੜਾ ਬੁਰਾ ਕਰਦਾ ਉਹਦਾ ਭਲਾ ਕਿੱਥੇ ਕਰਾਂਗੇ। ਬੜੀ ਸੋਹਣੀ ਇੱਕ ਗੱਲ ਸਿੱਖ ਵਿਦਵਾਨ, ਆਪਾਂ ਉਹਨਾਂ ਨੂੰ ਅੱਜ ਵੀ ਯਾਦ ਕਰਨੇ ਆ, ਗਿਆਨੀ ਸੰਤ ਸਿੰਘ ਜੀ ਮਸਕੀ। ਉਹਨਾਂ ਨੇ ਆਪਣੀ ਜੀਵਨੀ ਵਿੱਚ ਇਸ ਦਾ ਜ਼ਿਕਰ ਕੀਤਾ, ਭਾਵੇਂ ਉਹ ਕਿਸੇ ਹੋਰ ਸੰਦਰਭ 'ਚ ਕੀਤਾ। ਉਹ ਕਹਿੰਦੇ ਨੇ ਇੱਕ ਵਾਰੀ ਕੋਈ ਇਨਸਾਨ ਭਲੇ ਦਾ ਵੀ ਭਲਾ ਕਿੰਨੇ ਕਰਨਾ ਹੈ, ਇੱਥੇ ਭਲਿਆਂ ਦਾ ਜਿਹੜਾ ਭਲਾ ਕਰਦਾ ਉਹਦਾ ਨਹੀਂ ਲੋਕ ਭਲਾ ਕਰਦੇ, ਤੇ ਜਿੰਨੇ ਬੁਰਾ ਕਰਨਾ ਉਹਦਾ ਭਲਾ ਕਿਸ ਨੇ ਮੰਗਣਾ ਹੈ। ਗੁਰਮਤਿ ਦੀ ਜਿਹੜਾ ਅੰਦਰ ਦਾ ਜੀਵਨ ਬਹੁਤ ਉਚੇਰਾ ਹੈ। ਉਹ ਲਿਖਦੇ ਨੇ, ਇੱਕ ਵਾਰੀ ਕੋਈ ਸੱਜਣ ਦਰਿਆ ਦੇ ਕਿਨਾਰੇ ਖਲੋਤਾ ਸੀ, ਲੰਘਣ ਵਾਲਾ ਆਇਆ, ਉਹਨੇ ਖਲੋਤੇ ਹੋਏ ਦੀ ਕਮਰ ਤੇ ਉਸ ਦੇ ਮੋਢਿਆਂ ਤੋਂ ਥੱਲੇ ਪੂਰੇ ਜ਼ੋਰ ਨਾਲ ਧੱਕਾ ਮਾਰਿਆ, ਤੇ ਇੱਕੋ ਦਮ ਉਹ ਦਰਿਆ ਦੇ ਕਿਨਾਰੇ ਤੋਂ ਥੱਲੇ ਡਿੱਗ ਪਿਆ। ਉਹਦੇ ਬਸਤਰ ਚਿੱਕੜ ਨਾਲ, ਮਿੱਟੀ ਨਾਲ ਭਰੇ ਗਏ। ਉਹ ਤਾਂ ਜ਼ਮੀਨ ਤੇ ਉਸ ਚਿੱਕੜ ਵਿੱਚ ਡਿੱਗ ਪਿਆ, ਬਸਤਰ ਭਰੇ ਗਏ, ਤੇ ਧੱਕਾ ਮਾਰਨ ਵਾਲਾ, ਧਕੇਲਣ ਵਾਲਾ ਅੱਗੇ ਚਲਾ ਗਿਆ, ਤੇ ਜਿਹੜਾ ਚਿੱਕੜ ਨਾਲ ਮਿੱਟੀ ਨਾਲ ਭਰਿਆ ਸੀ ਉਹ ਉੱਠ ਕੇ ਕਹਿੰਦਾ ਧੱਕਾ ਮਾਰਨ ਵਾਲੇ ਨੂੰ, ਉਹ ਭਰਾਵਾ ਜਾਣ ਲੱਗਿਆ ਮੇਰੀ ਇੱਕ ਗੱਲ ਤੇ ਸੁਣ ਜਾ। ਜਿਹਨੇ ਧੱਕਾ ਮਾਰਿਆ ਉਹਨੇ ਖਿਆਲ ਨਹੀਂ ਕੀਤਾ, ਫਿਰ ਉਹਨੂੰ ਕਹਿਣ ਲੱਗਾ ਭਰਾਵਾ ਤੁਰਨ ਲੱਗਿਆ ਮੇਰੀ ਗੱਲ ਸੁਣ ਜਾ। ਉਹਨੇ ਪਰਤ ਕੇ ਪੁੱਛਿਆ, ਕਹਿਣ ਲੱਗਾ ਦੱਸ ਕੀ ਕਰਨਾ ਚਾਹੁੰਦਾ? ਕਹਿੰਦਾ ਤੂੰ ਮੈਨੂੰ ਧੱਕਾ ਮਾਰਿਆ, ਮੈਂ ਤਾਂ ਤੇਰਾ ਭਲਾ ਕਦੀ ਕੀਤਾ ਹੀ ਨਹੀਂ। ਇਸ ਗੱਲ ਨੂੰ ਸਮਝਿਓ। ਕਹਿੰਦਾ ਤੂੰ ਮੈਨੂੰ ਧੱਕਾ ਮਾਰ ਕੇ ਗਿਆ, ਮੈਂ ਤੇਰਾ ਭਲਾ ਹੀ ਕਦੀ ਨਹੀਂ ਕੀਤਾ। ਉਹ ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦਾ ਚੇਤੇ ਰੱਖੀ, ਜਿਹਦਾ ਭਲਾ ਕਰੀਏ ਤੇ ਉਹੀ ਲੋਕ ਧੱਕੇ ਮਾਰਦੇ। ਅਸਲੀਅਤ ਹੈ, ਤੁਸੀਂ ਸਮਾਜ ਵਿੱਚ ਦੇਖਦੇ ਹੋ, ਪਰਿਵਾਰਾਂ ਵਿੱਚ ਦੇਖਦੇ ਹੋ। ਪਰ ਗੁਰਮਖੋ, ਗੁਰਮਤਿ ਦਾ ਰਸਤਾ ਹੈ ਨਿਰਵੈਰਤਾ ਦਾ, ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ, ਮਨ ਨੂੰ ਗੁੱਸਾ ਨਾ ਸਪਰਸ਼ ਕਰਨ ਦੇਈ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਖੰਡਾਏ, ਦੇਹੀ ਰੋਗ ਨਾ ਲੱਗੇ। ਜਦੋਂ ਤੇਰੇ ਅੰਦਰ ਬੁਰਾ ਫੁਰਨਾ ਹੀ ਨਹੀਂ, ਰੋਗ ਕਿੱਥੋਂ ਲੱਗੇਗਾ? ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ, ਸਭ ਕਿਛ ਪਾਏ ਦਰ ਤੇ ਤੇਰੇ ਅੰਦਰ ਸਾਰੇ ਗੁਣ ਪ੍ਰਵੇਸ਼ ਕਰ ਜਾਣਗੇ। ਇਸ ਸ਼ਬਦ ਨੂੰ ਪਹਿਲੀ ਬੇਨਤੀ ਮੇਰੀ ਸਮਝਿਓ। ਮੇਰਾ ਮਕਸਦ ਸਿਰਫ ਇਹਦੇ ਅਰਥ ਕਰਨੇ ਨਹੀਂ, ਅਰਥ ਮੰਨਣੇ ਨੇ। ਅਰਥ ਤਾਂ ਜ਼ਬਾਨੀ ਹੋ ਸਕਦੇ ਨੇ, ਪਰ ਅਰਥਾਂ ਵਿੱਚੋਂ ਕਿਤੇ ਰਸ ਪੈਦਾ ਹੋ ਸਕੇ। ਪਹਿਲੇ ਸਵੇਰੇ ਅਸੀਂ ਬਚਨ ਪੜ੍ਹੇ ਸਨ, ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਅੱਜ ਇਸ ਸ਼ਬਦ ਦੀ ਅੱਗੇ ਜਿਹੜੀ ਇਸ ਸ਼ਬਦ ਵਿੱਚ ਰਹਾਉ ਦੀ ਤੁਕ ਆਈ ਹੈ, ਉਹ ਹੈ ਬਾਬਾ ਜੈ ਘਰ ਕਰਤੇ ਕੀਰਤ ਹੋਏ, ਸੋ ਘਰ ਰਾਖ ਵਡਾਈ ਤੋਏ। ਪਹਿਲਾਂ ਸੀ ਜੈ ਘਰ, ਉੱਥੇ ਘਰ ਦਾ ਅਰਥ ਅਸੀਂ ਕਰਕੇ ਐਸਾ ਸਤ ਸੰਗਤ। ਹੁਣ ਫਿਰ ਸ਼ਬਦ ਆ ਗਿਆ ਬਾਬਾ ਜੈ ਘਰ, ਜਿਸ ਘਰ ਵਿੱਚ ਕਰਤੇ ਕੀਰਤ ਹੋਏ, ਕਰਤੇ ਦੀ ਕੀਰਤੀ ਹੋਵੇ, ਕਰਤੇ ਦੀ ਸਿਫਤ ਹੋਵੇ। ਹੁਣ ਇਹ ਸ਼ਬਦ ਘਰ ਆਇਆ, ਤੇ ਅੱਗੇ ਜਾ ਕੇ ਫਿਰ ਇਹ ਸ਼ਬਦ ਇੱਕ ਆਉਣਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ। ਘਰ ਦਾ ਅਰਥ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਵਾਲੇ ਗੁਰਮਖੋ ਦੇਖੋ, ਘਰ ਗੁਰੂ ਗ੍ਰੰਥ ਸਾਹਿਬ ਵਿੱਚ ਬੇਅੰਤ ਅਰਥਾਂ ਵਿੱਚ ਵਰਤਿਆ ਗਿਆ ਹੈ। ਘਰ ਦੇ ਅਰਥ ਮੈਂ ਕੁਝ ਅਰਜ਼ ਕਰ ਦੇਣਾ, ਆਪ ਸਮਝ ਜਾਓਗੇ। ਉਚਾਰਨ ਇੱਕੋ ਜਿਹਾ, ਪਰ ਅਰਥ ਸਾਰਿਆਂ ਦੇ ਇੱਕੋ ਜਿਹਾ ਨਹੀਂ। ਜਦੋਂ ਅਸੀਂ ਬਾਣੀ ਪੜ੍ਹਨੇ ਆ, ਕਈ ਵਾਰੀ ਬਚਨ ਆਉਂਦੇ ਨੇ ਕਿ ਸੋਰਠ ਮਹੱਲਾ ਪੰਜਵਾਂ, ਘਰ ਚੌਥਾ, ਘਰ ਤੀਜਾ, 17 ਤੱਕ ਘਰ ਆਉਂਦੇ ਨੇ। ਉੱਥੇ ਸ਼ਬਦ ਵੀ ਘਰ ਹੈ। ਫਿਰ ਅਸੀਂ ਅੱਜ ਸਵੇਰੇ ਵੀ ਪੜ੍ਹਿਆ, ਜੈ ਘਰ ਕਰਤੇ ਕੀਰਤ ਹੋਏ, ਜੈ ਘਰ ਕਰ ਕੀਰਤ ਆਖੀਐ। ਹੁਣ ਉੱਥੇ ਵੀ ਸ਼ਬਦ ਆਇਆ ਘਰ। ਅਸੀਂ ਇੱਕ ਬਚਨ ਪੜ੍ਹਨੇ ਆ, ਘਰ ਕੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਪਹਿਲਾਂ ਪ੍ਰਮਾਣ ਅਰਜ਼ ਕਰੀ ਜਾਣਾ, ਫਿਰ ਇਹਦੇ ਅਰਥ ਕਰਾਂਗੇ। ਇੱਕ ਜਿਸ ਬਚਨ ਪੜ੍ਹਨੇ ਆ, ਘਰ ਕਾ ਮਾਸ ਚੰਗੇਰਾ। ਇੱਕ ਬਚਨ पढ़ने ऐसे कर हम बहुत बसाए जब हम राम गर्भ होए आए।
ਇੱਕ ਬਚਨ ਅੰਮ੍ਰਿਤ ਬਾਣੀ ਵਿੱਚ ਆਉਂਦਾ ਹੈ, ਨਾਨਕ ਬੱਧਾ ਘਰ ਤਹਾਂ ਜਿੱਥੈ ਮਿਰਤ ਨਾ ਜਨਮ ਜਰਾ। ਹਜ਼ੂਰ ਨੇ ਬਚਨ ਕੀਤਾ ਬਾਣੀ ਵਿੱਚ, ਕਹਿਣ ਲੱਗੇ ਘਰ ਮੈਂ ਠਾਕੁਰ ਨਦਰ ਨਾ ਆਵੇ, ਘਰ ਮੈਂ ਘਰ ਦਿਖਾਏ ਦੇ। ਬੇਅੰਤ ਸ਼ਬਦ ਬਾਣੀ ਵਿੱਚ ਆਏ ਘਰ, ਪਰ ਕੀ ਸਾਰੀਆਂ ਥਾਵਾਂ ਤੇ ਘਰ ਦਾ ਅਰਥ ਇੱਕੋ ਜਿਹਾ ਹੈ? ਦੇਖੋ, ਘਰ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮਕਾਨ ਵੀ ਹੈ। ਘਰ ਛੱਡਨੇ ਰਹੇ ਨਾ ਕੋਈ, ਉੱਥੇ ਘਰ ਦਾ ਅਖਰੀ ਅਰਥ ਹੈ ਜਿਹੜਾ ਅਸੀਂ ਘਰ ਬਣਾਇਆ, ਜਿਸ ਛੱਤ ਥੱਲੇ ਅਸੀਂ ਰਹਿੰਦੇ। ਜਦੋਂ ਅਸੀਂ ਬਚਨ ਪੜ੍ਹਨੇ ਆ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਉੱਥੇ ਘਰ ਦਾ ਅਖਰੀ ਅਰਥ ਹੈ ਖਿਰਦਾ ਰੂਪੀ ਘਰ। ਜਦੋਂ ਅਸੀਂ ਬਚਨ ਪੜ੍ਹਨੇ ਆ ਘਰ ਕਾ ਮਾਸ ਚੰਗੇਰਾ, ਉੱਥੇ ਘਰ ਦਾ ਅਰਥ ਹੈ ਘਰ ਵਾਲੀ। ਜਦੋਂ ਅਸੀਂ ਬਚਨ ਪੜ੍ਹਨੇ ਆ ਘਰ ਕੀ ਨਾਰ, ਇੱਥੇ ਘਰ ਕੀ ਦਾ ਅਰਥ ਹੈ ਕਿ ਘਰ ਵਾਲੀ। ਜਦੋਂ ਅਸੀਂ ਬਚਨ ਪੜ੍ਹਨੇ ਆ ਐਸੇ ਘਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ, ਐਸੇ ਘਰ ਦਾ ਅਖਰੀ ਅਰਥ ਹੈ ਆ ਸਰੀਰ ਰੂਪੀ ਘਰ। ਘਰ ਮੈਂ ਘਰ ਦਿਖਾਏ ਦਾ, ਇਹਦਾ ਅਰਥ ਹੈ ਸਰੀਰ ਰੂਪੀ ਘਰ ਵਿੱਚ ਜਿਹੜਾ ਅੰਦਰ ਦਾ ਘਰ ਦਿਖਾ ਦੇ। ਜਦੋਂ ਅਸੀਂ ਬਚਨ ਪੜ੍ਹਨੇ ਆ ਨਿਜ ਘਰ, ਅੱਗੇ ਪੜ੍ਹਨਾ ਨਿਜ ਘਰ ਦਾ ਅਰਥ ਹੈ ਸਵਯੰ ਸਰੂਪ, ਆਪਣੇ ਸਰੂਪ ਵਿੱਚ ਸਥਿਤ ਹੋਣਾ, ਜਿਹੜਾ ਤੇਰਾ ਆਪਣਾ ਘਰ ਹੈ। ਜਦੋਂ ਬਚਨ ਪੜ੍ਹਨੇ ਆ ਨਾਨਕ ਬੱਧਾ ਘਰ ਤਹਾਂ ਜਿੱਥੈ ਮਿਰਤ ਨਾ ਜਨਮ ਜਰਾ, ਜਿੱਥੇ ਮੌਤ ਨਹੀਂ ਬੁਢੇਪਾ ਨਹੀਂ, ਕਹਿਣ ਲੱਗੇ ਉਸ ਘਰ ਵਿੱਚ ਮੈਂ ਰਹਿਣਾ ਵਾਂ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਘਰ ਸ਼ਬਦ ਦੇ ਜਿਹੜੇ ਅਰਥ ਨੇ ਅਨੇਕਾਂ ਆਏ। ਹੁਣ ਅੱਜ ਪਹਿਲਾ ਬਚਨ ਆਇਆ ਕਿ ਹਜ਼ੂਰ ਨੇ ਸ਼ਬਦ ਘਰ ਵਰਤਿਆ, ਪਰ ਨਾਲ ਬਾਣੀ ਵਿੱਚ ਕਹਿ ਗਏ ਕਿ ਜਿਸ ਘਰ ਵਿੱਚ ਕਰਤੇ ਦੀ ਕੀਰਤੀ ਹੋਵੇ, ਕਿਉਂਕਿ ਕਰਤੇ ਨੂੰ ਮੁਨਫੀ ਕਰਕੇ ਨਹੀਂ, ਕਰਤੇ ਦਾ ਅਖਰੀ ਅਰਥ ਬਣਾਉਣ ਵਾਲਾ। ਥੋੜਾ ਜਿਹਾ ਇੱਥੇ ਮੈਂ ਕੁਝ ਉਦਾਹਰਨਾਂ ਅਰਜ਼ ਕਰਨੀਆਂ ਚਾਹਨਾ ਹਾਂ ਕਰਤੇ ਦੇ ਸੰਬੰਧੀ, ਕਿ ਜਿਨਨੇ ਸਭ ਕੁਝ ਬਣਾਇਆ। ਆਪ ਜੀ ਇਸ ਧਰਤੀ ਦੇ ਟੁਕੜੇ ਤੇ ਅਸੀਂ ਰਹਿੰਦੇ ਸਾਰੇ, ਪਰ ਗੁਰੂ ਸਾਹਿਬ ਨੇ ਬਾਣੀ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ ਸਿਰਫ ਇਸ ਗੱਲ ਨੂੰ ਸਮਝਾਉਣ ਦੇ ਲਈ ਕਿ ਬੰਦੇ ਨੂੰ ਸਮਝ ਪੈ ਜਾਏ ਕਿ ਸਭ ਕੁਝ ਦਾ ਕਰਤਾ ਕੇਵਲ ਇੱਕ ਪਰਮਾਤਮਾ ਹੈ, ਇੱਕ ਪ੍ਰਭੂ ਹੈ। ਅੱਗੇ ਉਹਨੇ ਵਿਧ ਬਣਾਈ, ਤਰੀਕੇ ਬਣਾ ਦਿੱਤੇ ਸਭ ਕੁਝ ਰਚਨ ਦੇ। ਦੇਖੋ, ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਸੀਂ ਸ੍ਰਿਸ਼ਟੀ ਰਚਨਾ ਸੰਬੰਧੀ ਪੜ੍ਹਨੇ ਕਿ ਕਦੋਂ ਹੋਈ, ਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਵਿੱਚ ਸ੍ਰਿਸ਼ਟੀ ਰਚਨਾ ਦੀ ਗੱਲ ਕਰਤੇ ਤੇ ਆ ਕੇ ਮੁਕਾਈ ਕਿ ਸ੍ਰਿਸ਼ਟੀ ਦੀ ਰਚਨਾ ਬਾਰੇ ਕਰਤੇ ਨੂੰ ਪਤਾ ਹੈ, ਕਿਸੇ ਹੋਰ ਨੂੰ ਨਹੀਂ। ਜਦੋਂ ਅਸੀਂ ਇਹ ਬਚਨ ਪੜ੍ਹਨੇ ਹਾਂ ਹਜ਼ੂਰ ਦੀ ਬਾਣੀ ਵਿੱਚ, ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸ਼ੇਰੁਤੀ ਮਹਾ ਕਵਣ ਜਿਤ ਹੋਵਾ ਆਕਾਰ। ਕਰਤੇ ਦੀ ਕੀਰਤੀ ਜਿਸ ਘਰ ਵਿੱਚ ਹੋਵੇ, ਹੇ ਪਰਮਾਤਮਾ ਕਿਰਪਾ ਕਰੀ ਅਸੀਂ ਉਸ ਘਰ ਨੂੰ ਹਿਰਦੇ ਵਿੱਚ ਵਸਾ ਸਕੀਏ, ਉਸ ਘਰ ਵਿੱਚ ਰਹਿ ਸਕੀਏ। ਇਹ ਅੱਗੇ ਅਰਜ਼ ਕਰਨੀ, ਪਹਿਲਾਂ ਸਿਰਫ ਕਰਤਾ। ਹਜ਼ੂਰ ਕਹਿੰਦੇ ਨੇ ਕਵਣ ਸੋ ਵੇਲਾ, ਕਿਹੜਾ ਵੇਲਾ ਸੀ? ਵਕਤ ਕਵਣ, ਕਿਹੜਾ ਵਕਤ ਸੀ? ਪਿਆਰੇ ਮੈਨੂੰ ਦੱਸ, ਰੁੱਤ ਕਿਹੜੀ ਸੀ? ਮਹੀਨਾ ਕਿਹੜਾ ਸੀ? ਕਿਹੜਾ ਵਾਰ ਸੀ? ਕਿਹੜੀ ਥਿਤ ਸੀ? ਮਹਾਰਾਜ ਕਾਹਦੇ ਲਈ? ਕਵਣ ਸੁਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸ਼ੇਰੁਤੀ ਮਹਾ ਕਵਣ ਜਿਤ ਹੋਵਾ ਆਕਾਰ। ਅੱਗੇ ਬਚਨ ਕੀਤਾ, ਵੇਲ ਨਾ ਪਾਈਆ ਪੰਡਤੀ, ਪੰਡਤਾਂ ਨੂੰ ਵਿਦਵਾਨਾਂ ਨੂੰ ਨਹੀਂ ਪਤਾ ਲੱਗਾ ਉਸ ਵੇਲੇ ਦਾ, ਤੇ ਜੇ ਪਤਾ ਹੁੰਦਾ ਤੇ ਪੁਰਾਣ ਵਿੱਚ ਲਿਖ ਕੇ ਜਾਂਦੇ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ, ਕਾਦੀਆਂ ਨੂੰ ਵੀ ਵਕਤ ਦਾ ਪਤਾ ਨਹੀਂ, ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਥਿਤ ਤਰੀਕ, ਵਾਰ ਦਾ ਅਰਥ ਹਫਤੇ ਦਾ ਵਾਰ, ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ। ਸੱਚੇ ਪਾਤਸ਼ਾਹ ਕੌਣ ਜਾਣਦਾ ਹੈ? ਕਹਿਣ ਲੱਗੇ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੈ, ਸੋਈ ਕਰਤੇ ਕਾ ਹੋਏ ਵਿਚਾਰੋ। ਕਰਤੇ ਦੀ ਕੀਰਤੀ ਹੋਵੇ ਜਿਸ ਘਰ ਵਿੱਚ। ਹੁਣ ਕਰਤਾ ਜਾਣੇ, ਫਿਰ ਮਨ ਵਿੱਚ ਖਿਆਲ ਆਇਆ ਕਿ ਸੱਚੇ ਪਾਤਸ਼ਾਹ ਚਲੋ ਇਹਦਾ ਤੇ ਨਹੀਂ ਪਤਾ ਵੀ ਕਿਹੜਾ ਵੇਲਾ, ਕਿਹੜਾ ਵਕਤ, ਕਿਹੜੀ ਰੁੱਤ, ਕਿਹੜਾ ਸਮਾਂ, ਕਿਹੜਾ ਦਿਨ,
पर सानू इन्नी कु तां किरपा करके थोड़ा जिहा मेहर करके गुरमत की नज़र विच दसो कि करते ने सब कुछ बनाया किवें करते ने खेड वरता दिती। सच्चे पातशाह जी ने ना उस करते दी खेड नूं निमरता विच आके एक बचन कहा, तुसी वो बड़ी वारी पढ़िया सुनिया होने, सिर मैं करते संबंधी अर्ज करनी चाहना, साचे ते पवना भया। करते तो गल शुरू करते हैं, कली किरत तो नहीं। देखो इत्थे एक उदाहरण मैं अर्ज कर देना, दो तरह के इंसान धरती च रहिंदे ने। एक वो ने जेड़े केवल किरत की गल करते ने, करते दी नहीं करते। एक वो गुरमुख ने ਜਿਹੜੀ किरत की गल करन तो पहला बनाण वाले की गल करते ने, करते किहड़े ने बनाए। इत्थे बड़ी सोहनी उदाहरण दिती गुरु नानक साहब जी दे गुरु नानक प्रकाश विच है। हजूर ने कहा एक बिरती है कूकर बिरती ते दूसरी बिरती है सिंह बिरती, शेर बिरती। कूकर बिरती ते सिंह बिरती विच अंतर है। कूकर नूं कुत्ते नूं कोई वट्टा मारे ते कूकर दा सुभाव है कि उस पत्थर नूं, उस रोड़े नूं, उस वट्टे नूं अपने मूँह च पकड़ लैंदा। कदी देखियो वट्टा मारो, ढेम मारो, पत्थर मारो, कूकर उस वट्टे नूं अपने मूँह च पाएगा। जे तुसी लाठी नाल, डांग नाल, सोटी नाल मारोगे, कई बारी कूकर उस सोटी नूं अपने मूँह च पा के चबाण दा यतन करेगा। ਜਿਹੜੀ चीज़ कुत्ते ते वार कर लगिया जिहदे नाल वार किया जाएगा, सोटा होवे कोई शस्त्र होवे, कूकर दा सुभाव है कि उस चीज़ उत्ते हमला करेगा, उन्होंने पकड़न दा यतन करेगा। पर कदी शेर ते वार करके कोई देखे? शेर दे उत्ते वट्टे नाल वार कोई करे, पत्थर नाल वार करे, शेर कदी भी पत्थर नूं मूँह च नहीं पांदा। शेर हमेशा देखदा पत्थर मारन वाला कौन है। बेनती समझियो किरत और करते नूं अज थोड़ा जिहा शब्द बरीकी नाल, लतीफ अकल नाल समझण वाला है। इनू खुशक ज्ञान भी ना समझियो, क्योंकि तुसी ये आपां सारे रोज पढ़ने। बेनती मैं कर रहा वां, इकाग्रता बख्शियो। हजूर ने क्या कहन लगे, कूकर नूं पत्था सोटी कोई मारे, वो सोटी ते पत्थर नूं मूँह विच पाएगा, पर शेर उत्ते कोई वट्टे नाल वार करे, हमला करे, वो वट्टा मारन वाले नूं पकड़ेगा, ओदे वल जाएगा। गोली नाल कोई ओदे ते फायर करे ते शेर गोली चलाण वाले नूं देखेगा। शस्त्र नाल कोई वार करे ते शेर ओदे वल तकेगा जिहड़ा शस्त्र चला रहा है। कहन लगे गुरमुख बिरती एक शेर वाली बिरती है, वो केवल किरत वल नहीं, जिसने भेजिया वो ओदे वल ध्यान कर दे। फिर बेनती समझियो कि जिसने पैदा किया, कूकर दी बिरती है कि दात प्यारी विसरिया दातारा। कूकर बिरती है कीते को मेरा समाने, जिन्हें जेड़ी चीज कीती गई, मेरे दा आखरी अर्थ ते खाओ, मेरा नहीं, मेरे दा आखरी अर्थ ते मेरू, मेरू दा अर्थ ते पहाड़। कीती कोई चीज़ नूं तां बना दिता पहाड़ जिन्नी उच्ची। करनहार तरिन जाने, ते जिस दाते ने करते ने कीती ओनू कहंदा तिनका, ते जिन्ने कीती वो तिनका बन गया, ते जिहड़ी चीज़ कीती गई वो पहाड़ बन गई। इनू फिर थोड़ा जिहा समझी आपां अर्थां नूं। देखो परमात्मा दे चरनां विच अरदास कीती, किरपा करी तू धन दहीं। दुनियावी जी लोड़ है ना। ते वैसे मैं एक बेनती करां, जिदन मंगण जाना है ना, मंगण जाने आपां, रात भी शायद बेनती की सी, गुरमुखो मंगण गया जे रुख कोल जाके कहिए बड़ा चंगा मैनू छां दई रखी, कुछ दिनों बाद कहिए भुख लगे फल दई, कुछ दिनों बाद कहिए तेरे फुल्लां दी सुगंधी चंगी मैनू फुल मिल जाण, क्यों छावां फुल ते पत्ते मंगना पिया, तू सालम रुख ही क्यों नहीं मंग लैंदा। तू रुख दी मंग कर, तू जड़ दी मंग कर, जड़ दा अर्थ मूल दी मंग कर। हुण आपां धन पदार्थ पुत्तर धीआं सब कुछ मंगने आ, पर प्यारिओ कदी ये भी कहण आउंदे आ, परमात्मा जी गुरु जी अज तुहाडे कोलों तुहानूं मंगण आए, अज तुहाडे कोलों तुहानूं मंगण आए आ, तुसीं किरपा मेरे ते करो, तुसीं मेरे घर चलो। हजूर ने किरपा की,
ਦੇਖੋ ਕਰਤੇ ਨੂੰ ਤੀਲਾ ਬਣਾ ਦਿੱਤਾ ਤੇ ਕਿਰਤ ਨੂੰ ਪਹਾੜ ਬਣਾ ਦਿੱਤਾ। ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ, ਸ਼ਬਦ ਹੈ ਸਿਰਫ ਸਮਝਣ ਲਈ। ਪੁੱਤਰ ਦੇ ਤਾਂ ਸਾਹ ਵਿੱਚ ਸਾਹ ਲਿਆ, ਤੇ ਜਿਸ ਪਰਮਾਤਮਾ ਨੇ ਦਿੱਤਾ ਉਹਨੂੰ ਇੱਕ ਸਾਹ ਵੀ ਕਦੀ ਚੇਤੇ ਨਾ ਕੀਤਾ। ਦੇਣ ਵਾਲਾ ਤਿਣਕਾ ਬਣ ਗਿਆ, ਦੇਣ ਵਾਲਾ ਬਣ ਗਿਆ ਤਿਣਕਾ, ਤੇ ਜਿਹੜੀ ਮਿਲੀ ਕੋਈ ਦਾਤ ਸੀ ਉਹ ਬਣ ਗਈ ਪਹਾੜ। ਧਨ ਚਲਾ ਗਿਆ ਤਾਂ ਰੋਜ਼ ਕਲਪਿਆ, ਪਰ ਨਿਤਨੇਮ ਚਲਾ ਗਿਆ, ਕਦੀ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਹੀ ਨਹੀਂ ਕੀਤੀ। ਗੁਰਮੁਖੋ, ਜਿਹੜੀ ਕੂਕਰ ਬਿਰਤੀ ਹੈ ਉਹ ਕੇਵਲ ਕਿਰਤ ਵਾਲੇ ਪਾਸੇ ਦੌੜੇਗੀ, ਤੇ ਜਿਹੜੀ ਸਿੰਘ ਬਿਰਤੀ ਹੈ ਉਹ ਕਰਤੇ ਵਾਲੇ ਪਾਸੇ ਜਾਏਗੀ। ਸ਼ੇਰ ਹਮੇਸ਼ਾ ਉਧਰ ਜਾਏਗਾ ਜਿੱਥੋਂ ਵਾਰ ਆ ਰਿਹਾ ਹੈ, ਤੇ ਕੂਕਰ ਹਮੇਸ਼ਾ ਉਧਰ ਦੌੜੇਗਾ ਜਿਹੜਾ ਵਾਰ ਆਇਆ ਹੈ। ਵਾਰ ਤੇ ਵਾਰ ਕਰਨ ਵਾਲਾ। ਸਤਿਗੁਰੂ ਨੇ ਬਾਣੀ ਵਿੱਚ ਕਿਰਪਾ ਭਰੇ ਬੇਅੰਤ ਬਚਨ ਕਹੇ ਹਨ। ਸਿਰ ਮੈਂ ਪਹਿਲੀ ਅਰਜ਼ ਕਰ ਲਗਾ ਵਾਂ ਕਿ ਕਰਤੇ ਨੇ ਸਾਰੀ ਕਿਰਤ ਕੀਤੀ, ਤੇ ਉਹਦੀ ਕਿਰਤ ਵਿੱਚ ਅਨੇਕਾਂ ਰੰਗਾਂ ਦੇ, ਅਨੇਕਾਂ ਭਾਂਤਾਂ ਦੇ, ਅਨੇਕਾਂ ਬੋਲੀਆਂ ਦੇ, ਅਨੇਕਾਂ ਵੇਸ਼ਾਂ ਦੇ, ਅਨੇਕਾਂ ਦੇਸ਼ਾਂ ਦੇ ਜੀ ਪੈਦਾ ਕੀਤੇ। ਸਿਰਫ ਇੰਨੀ ਬੇਨਤੀ ਪੁੱਛੀਏ ਦਾਤਾ ਜੀ, ਜਾ ਕਰਤਾ ਸਿਰ ਠੀਕੋ ਸਾਜੈ। ਇਹ ਤਾਂ ਪਤਾ ਹੈ ਵੀ ਜਿਹਨੇ ਬਣਾਈ ਉਹਨੂੰ ਪਤਾ ਕਦੋਂ ਬਣਾਈ, ਸਾਡੇ ਤਾਂ ਅੰਦਰ ਦੇ ਅਨੁਮਾਨ ਨੇ। ਪਰ ਇਹ ਕਿਰਪਾ ਕਰਕੇ ਦੱਸੋ ਬਣੀ ਕਿਵੇਂ? ਬਾਬਾ ਜੀ ਨੇ ਕਿਹਾ, ਸਾਚੇ ਤੇ ਪਵਨਾ ਭਇਆ, ਪਵਨੈ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਫਿਰ ਨਾਲ ਇੱਕ ਕਿਰਪਾ ਭਰਿਆ ਬਚਨ ਕੀਤਾ। ਭਾਈ ਗੁਰਦਾਸ ਜੀ ਦੀ ਰਚਨਾ ਹੈ, ਉਹਨਾਂ ਦੀ ਵਾਰ ਦੀ ਇੱਕ ਪੌੜੀ ਜ਼ਰੂਰ ਮੈਂ ਕਹਿਣੀ ਚਾਹੁੰਦਾ। ਮੇਰੀ ਇੱਛਾ ਸੀ ਕਿ ਸਵੇਰੇ ਅਸੀਂ ਕੀਰਤੀ ਦੀ ਗੱਲ ਕਰਦੇ ਰਹੇ, ਅੱਜ ਗੁਰੂ ਜੀ ਫਿਰ ਕਹਿਣ ਲੱਗੇ ਕੀਰਤੀ ਕਰਤੇ ਦੀ ਕਰੀ, ਕਿਰਤ ਦੀਆਂ ਕੀਰਤੀਆਂ ਨਾ ਕਰੀ ਜਾਈ। ਕਰਤੇ ਦੀ ਸਿਫਤ ਕਰੀ ਜਿਹਨੇ ਬਣਾਇਆ। ਭਾਈ ਸਾਹਿਬ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ ਏ, ਤੇ ਮੇਰਾ ਖਿਆਲ ਹੈ ਕਰਤੇ ਦੀ ਕਿਰਤ ਅਦਭੁਤ ਹੈ। ਇਹਨੂੰ ਸਮਝਣ ਲਈ ਬੜਾ ਉਹਦੇ ਵਿੱਚ ਰਸ ਹੈ। ਕਹਿੰਦੇ ਨੇ ਉਸ ਸੱਚੇ ਸਿਰਜਣਹਾਰ ਨੇ ਆਪ ਕਿਰਪਾ ਕੀਤੀ, ਉਹ ਸਾਰੀਆਂ ਥਾਵਾਂ ਤੇ ਆਪ ਸਮਾਇਆ। ਕਿਵੇਂ ਕਿਰਤ ਕਰ ਲੱਗਾ? ਕਹਿਣ ਲੱਗੇ ਉਸ ਸੱਚੇ ਨੇ ਆਪਣੇ ਤੋਂ ਪਵਨ ਬਣਾ ਦਿੱਤੀ। ਕਹਿਣ ਲੱਗੇ ਪਵਨ ਦੇ ਨਾਲ ਉਹਨੇ ਪਾਣੀ ਬਣਾ ਦਿੱਤਾ। ਕਹਿਣ ਲੱਗੇ ਜਦੋਂ ਪਾਣੀ ਬਣਾਇਆ ਤੇ ਪਾਣੀ ਨੂੰ ਇੱਕ ਗੱਲ ਕਹੀ ਵੀ ਤੂੰ ਸਾਰੀ ਜ਼ਿੰਦਗੀ ਨਿਵਾਨ ਹੀ, ਸਿਰ ਨੀਵਾਂ ਕਰਕੇ ਹੀ ਤੁਰਨਾ। ਕਰਤੇ ਦੀ ਕਿਰਤ। ਸੱਚੇ ਨੇ ਪਵਨ ਬਣਾਈ, ਪਵਨ ਤੋਂ ਪਾਣੀ ਨੂੰ ਬਣਾਇਆ, ਪਾਣੀ ਨੂੰ ਕਿਹਾ ਤੂੰ ਨੀਵਾਂ ਹੋ ਕੇ ਤੁਰੀ, ਤੂੰ ਨਿਵਾਨ ਨੂੰ ਚੱਲਣਾ ਹੈ। ਤੇ ਪਿਆਰਿਓ, ਜਦੋਂ ਉਸਨੇ ਪਾਣੀ ਪੈਦਾ ਕੀਤਾ ਤੇ ਆ ਧਰਤੀ ਇੱਕ ਤੁਲਹਾ ਦੀ ਤਰ੍ਹਾਂ, ਧਰਤੀ ਇੱਕ ਬੇੜੀ ਦੀ ਤਰ੍ਹਾਂ ਬਣਾ ਕੇ ਮੇਰੇ ਕਰਤੇ ਨੇ ਸਮੁੰਦਰ ਦੇ ਪਾਣੀ ਉੱਤੇ ਰੱਖ ਦਿੱਤੀ। ਹੁਣ ਤੁਸੀਂ ਸਿਆਣੇ ਹੋ, ਚਾਰ ਚੁਫੇਰੇ ਸਾਡੇ ਪਾਣੀ ਹੀ ਪਾਣੀ ਹੈ। ਜਦੋਂ ਅਸੀਂ ਦੇਖਨੇ ਆ ਮੈਪ ਨੂੰ, ਨਕਸ਼ੇ ਨੂੰ, ਚਾਰ ਚੁਫੇਰੇ ਪਾਣੀ ਪਾਣੀ, ਤੇ ਧਰਤੀ ਇਹਨਾਂ ਕੁ 3 ਹਿੱਸੇ ਪਾਣੀ, 1 ਹਿੱਸਾ ਜ਼ਮੀਨ ਅਸੀਂ ਮੰਨੇ। ਪਾਣੀ ਪੈਦਾ ਕਰਕੇ ਧਰਤੀ ਨੂੰ ਤੁਲਹਾ ਬਣਾ ਕੇ ਉਹਦੇ ਉੱਤੇ ਟਿਕਾ ਦਿੱਤਾ। ਕਹਿਣ ਲੱਗੇ ਕੁਰਬਾਨ ਜਾਈਏ ਤੇਰੇ ਤੋਂ, 3 ਹਿੱਸੇ ਪਾਣੀ ਏ, ਪੰਡ ਵਿੱਚ ਬੰਨ ਕੇ ਰੱਖਿਆ ਹੀ, ਤੇ ਮੇਰੇ ਮਾਲਕਾ ਧਰਤੀ ਇਹਦੇ ਉੱਤੇ ਇੰਜ ਤਰਦੀ ਪਈ ਏ ਜਿਵੇਂ ਕਿਸ਼ਤੀ ਤਰਦੀ ਹੋਵੇ, ਤਰਦੀ ਪਈ ਏ ਧਰਤੀ। ਅਗਲਾ ਬਚਨ ਕੀਤਾ, ਕਹਿਣ ਲੱਗੇ ਪੌਣ ਤੋਂ ਪਾਣੀ ਬਣਾਇਆ, ਕਰਤੇ ਨੇ ਪਾਣੀ ਦਾ ਸਿਰ ਝੁਕਾ ਦਿੱਤਾ, ਤੇ ਨਾਲ ਹੀ ਇੱਕ ਕਿਰਪਾ ਕੀਤੀ। ਕਹਿਣ ਲੱਗੇ ਇਸ ਪਾਣੀ ਦੇ ਵਿੱਚ ਕਰਤੇ ਨੇ ਅੱਗ ਪੈਦਾ ਕਰ ਦਿੱਤੀ। ਕਰਤੇ ਦੀ ਖੇਡ ਕਿਹੜੀ ਹੈ? ਪਾਣੀ ਵਿੱਚੋਂ ਅੱਗ ਕਿਵੇਂ? ਅਸੀਂ ਕਹਾਂਗੇ ਸਮੁੰਦਰ ਦੀ ਅੱਗ, ਜਿਹਨੂੰ ਬੜਵਾ ਅਗਨ ਵੀ ਕਿਹਾ ਜਾਂਦਾ ਹੈ, ਪਰ ਗੁਰਮੁਖੋ ਪਾਣੀ ਵਿੱਚੋਂ ਅੱਗ ਕਿਵੇਂ ਪੈਦਾ ਹੋਈ? ਆ ਜਿਹੜੇ ਰੁੱਖਾਂ ਨੂੰ ਆਪਾਂ ਘਰ ਦੇਖਨੇ ਆ, ਬਾਹਰ ਤੁਸੀਂ ਤੱਕਦੇ ਹੋ, ਇਹ ਰੁੱਖ ਪਾਣੀ ਕਰਕੇ ਨੇ। ਤੇ ਜਦੋਂ ਰੁੱਖ ਦੀ ਲੱਕੜ ਨੂੰ ਫੂਕ ਕੇ ਦੇਖੋਗੇ ਤੇ ਇਹਦੇ ਵਿੱਚੋਂ ਨਿਰੀ ਅੱਗ ਹੀ ਨਿਕਲੇਗੀ। ਪਾਣੀ ਵਿੱਚੋਂ ਅੱਗ ਵਾਲੇ ਰੁੱਖ ਪੈਦਾ ਕੀਤੇ। ਤੇ ਮਾਲਕਾ ਦੇਖ, ਜਿਨ੍ਹਾਂ ਰੁੱਖਾਂ ਦੇ ਪੱਤੇ ਪੱਤੇ ਵਿੱਚ ਅੱਗ ਭਰੀ ਪਈ ਏ, ਤੂੰ ਇਹਦੀਆਂ ਟਾਹਣੀਆਂ ਵਿੱਚੋਂ ਪਰਤ ਕੇ ਫਲ ਪੈਦਾ ਕੀਤੇ। ਇਹਨਾਂ ਫਲਾਂ ਵਿੱਚੋਂ ਆਪਣੇ ਪਾਣੀ ਨੂੰ ਪਰਤ ਕੇ ਫਿਰ ਮਿੱਠਿਆਂ ਬਣਾ ਦਿੱਤਾ। ਫਲਾਂ ਵਿੱਚੋਂ ਫਿਰ ਰਸ ਪੈਦਾ ਕੀਤੇ। ਇਹਨੂੰ ਥੋੜਾ ਜਿਹਾ ਬਰੀਕੀ ਨਾਲ ਮੇਰੀ ਬੇਨਤੀ ਨੂੰ ਸਮਝਿਓ ਕਿ ਉਸ ਕਰਤੇ ਦੀ ਖੇਡ ਕਿਹੜੀ? ਕਰਤੇ ਦੀ ਕੀਰਤੀ ਕਰ, ਬੜੀ ਅਦਭੁਤ ਕੀਰਤ ਹੈ ਉਹਦੀ, ਕਿਰਤ ਹੈ ਉਹਦੀ। ਹਜ਼ੂਰ ਨੇ ਕਿਹਾ ਪੌਣ ਤੋਂ ਪਾਣੀ, ਪਾਣੀ ਦਾ ਸੀਸ ਝੁਕਾ ਦਿੱਤਾ,
ਤੇ ਇਸ ਪਾਣੀ ਦੇ ਉੱਪਰ ਉਸ ਕਰਤੇ ਨੇ ਇਸ ਧਰਤੀ ਨੂੰ ਤੁਲਹਾ ਬਣਾ ਕੇ ਟਿਕਾ ਦਿੱਤਾ। ਤੇ ਇਕੱਲਾ ਤੁਲਹਾ ਬਣਾ ਕੇ ਨਹੀਂ, ਉਸ ਕਰਤੇ ਨੇ ਪਾਣੀ ਵਿੱਚੋਂ ਅੱਗ ਵਾਲੇ ਰੁੱਖ ਪੈਦਾ ਕੀਤੇ ਤੇ ਗੁਰਮੁਖਾਂ ਉਸ ਰੁੱਖ ਵਿੱਚੋਂ ਫਿਰ ਮਿੱਠੇ ਫਲ ਪੈਦਾ ਕੀਤੇ। ਇੱਕ ਰੁੱਖ ਨੂੰ ਦੇਖ ਕੇ ਤੈਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਪਰਮਾਤਮਾ ਨੇ ਰੁੱਖ ਵਿੱਚ ਪੌਣ, ਪਾਣੀ ਤੇ ਅੱਗ ਇਹ ਤਿੰਨੇ ਇਕੱਠੇ ਰੱਖੇ ਨੇ। ਤੂੰ ਰੱਖ ਕੇ ਦਿਖਾਏ, ਕੇਵਲ ਕਰਤੇ ਦੀ ਕੀਰਤੀ ਹੈ। ਕਰਤੇ ਦੀ ਕਿਰਤ ਹੈ, ਉਹਦੀ ਕੀਰਤੀ ਕਰ। ਭਾਈ ਸਾਹਿਬ ਦੇ ਬਚਨ ਨੇ ਕਿ ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਵਨ ਉਪਾਏ ਘਟ ਘਟ ਛਾਇਆ। ਪੌਣੋ ਪਾਣੀ ਸਾਜ ਸੀਸ ਨਿਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ। ਨੀਰੋਂ ਉਪਜੀ ਅੱਗ ਵਨ ਖੰਡ ਛਾਇਆ। ਕਰਤੇ ਦੀ ਕਿਹੋ ਜੀ ਕਿਰਤ ਹੈ। ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪਵਨ ਉਪਾਏ ਘਟ ਘਟ ਛਾਇਆ। ਹਰ ਘਟ ਵਿੱਚ ਉਹਦੀ ਪਵਨ ਹੈ। ਤੇ ਉਹਨੇ ਕੱਲੇ ਰੁੱਖ ਨਹੀਂ, ਆ ਜਿੱਦਣ ਸਾਨੂੰ ਪੈਦਾ ਕੀਤਾ ਇਸ ਗੁਫਾ ਵਿੱਚ ਹਿਲਜੁਲ ਤਾਂ ਪੈਦਾ ਹੋਈ ਜੇ ਉਹਨੇ ਪਵਨ ਦਾ ਵਾਜਾ ਵਜਾਇਆ ਸੀ। ਆਪ ਰੋਜ਼ ਪੜ੍ਹਦੇ ਹੋ ਖਾਰ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਪੌਣ ਦਾ ਵਾਜਾ ਵਜਾਇਆ ਉਹਨੇ। ਸੱਚਾ ਸਿਰਜਣਹਾਰ ਸੱਚ ਸਮਾਇਆ, ਸੱਚੋ ਪੌਣ ਉਪਾਏ ਘਟ ਘਟ ਛਾਇਆ। ਪੌਣੋ ਪਾਣੀ ਸਾਜ ਸੀਸ ਨਵਾਇਆ, ਤੁਲਹਾ ਧਰਤ ਬਣਾਏ ਨੀਰ ਤਰਾਇਆ। ਨੀਰੋਂ ਉਪਜੀ ਅੱਗ, ਪਾਣੀ ਵਿੱਚੋਂ ਲੱਕੜ ਪੈਦਾ ਕਰ ਦਿੱਤੀ ਜਿਹੜੀ ਅੱਗ ਨਾਲ ਭਰੀ ਪਈ ਹੈ। ਨੀਰੋਂ ਉਪਜੀ ਅੱਗ ਵਨ ਖੰਡ ਛਾਇਆ। ਕਹਿਣ ਲੱਗੇ ਫਿਰ ਇਸ ਅੱਗ ਵਿੱਚੋਂ ਪਰਮਾਤਮਾ ਨੇ ਫਲ ਵਾਲੇ, ਰਸ ਵਾਲੇ ਫਲ ਪੈਦਾ ਕੀਤੇ। ਨੀਰੋਂ ਉਪਜੀ ਅੱਗ ਵਨ ਖੰਡ ਛਾਇਆ। ਅੱਗੀ ਖੋਂਦੀ ਬਿਰਖ ਸੋ ਫਲ ਫੁਲਾਇਆ। ਪੌਣ ਪਾਣੀ ਬੈ ਸੰਤਰ ਮੇਲ ਮਿਲਾਇਆ। ਕਹਿਣ ਲੱਗੇ ਫਿਰ ਕਰ ਕਰਤੇ ਦੀ ਕੀਰਤੀ ਤੇ ਨਾਲ ਕਹਦੇ ਆਦ ਪੁਰਖ ਆਦੇਸ਼ ਖੇਲ ਰਚਾਏ। ਕਿ ਆਦ ਪੁਰਖ ਜੀ ਤੇਰੇ ਚਰਨਾਂ ਵਿੱਚ ਮੱਥਾ ਟੇਕਨੇ ਆ। ਤੇ ਗੁਰੂ ਰਾਮਦਾਸ ਜੀ ਦੇ ਬਚਨ ਆਪ ਪੜ੍ਹਦੇ ਹੋ, ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀਜੈ। ਕਰਤੇ ਦੀ ਕੀਰਤੀ ਕਰ ਜਿਨੇ ਸਭ ਨੂੰ ਬੰਨਿਆ ਹੈ। ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਤਰੀਜੈ। ਬੱਕਰੀ ਸਿੰਘ ਇੱਕ ਤੈ ਥਾਏ ਰਾਖੈ ਮਨ, ਹਰ ਜਪ ਭਰਮ ਭਉ ਦੂਰ ਕੀਜੈ। ਸ਼ੇਰ ਤੇ ਬੱਕਰੀ ਉਹਨੇ ਇਕੱਠੇ ਬੰਨੇ ਪਏ ਨੇ, ਇੱਕੋ ਥਾਂ ਤੇ ਪਾਣੀ ਅੱਗ ਸਭ ਕੁਝ ਇਕੱਠਾ ਕੀਤਾ। ਹੁਣ ਇਸ ਤੋਂ ਥੋੜਾ ਜਿਹਾ ਹੋਰ ਅੱਗੇ ਆਪਾਂ ਤੁਰੀਏ। ਦੇਖੋ ਕਰਤੇ ਦੀ ਕਿਰਤ ਹੈ ਰਚਨਾ ਅਸ ਸ੍ਰਿਸ਼ਟੀ। ਅਸੀਂ ਸਾਰੇ ਪੜ੍ਹਦੇ ਸੁਣੇ। ਹਜ਼ੂਰ ਨੇ ਬੜੇ ਪਿਆਰੇ ਬਚਨ ਕਹੇ, ਇਹਨੂੰ ਸਮਝੀਏ। ਠੀਕ ਹੈ, ਕਈਆਂ ਵੀਰਾਂ ਨੇ ਉਸ ਕਿਰਤ ਨੂੰ ਕਈ ਰਾਹਾਂ ਰਾਹੀਂ, ਕਈ ਉਦਾਹਰਨਾਂ ਰਾਹੀਂ ਕਰਤੇ ਤੱਕ ਗਏ। ਬਾਬੇ ਨੇ ਸਿੱਧੀ ਗੱਲ ਮੁਕਾਈ, ਪਿਆਰਿਆ ਐਵੇਂ ਕਿਸੇ ਭਟਕਣਾ ਵਿੱਚ ਨਾ ਪੈ ਜਾਈਂ। ਜੋ ਕੁਝ ਦਏ ਸਿਰਫ ਉਹਨੂੰ ਕਰਤੇ ਦੀ ਦਿੱਤੀ ਕੋਈ ਦਾਤ ਸਮਝੀ। ਪਰਮਾਤਮਾ ਨੇ ਦਿੱਤਾ, ਰੱਬ ਨੇ ਦਿੱਤਾ। ਇਹੀ ਕਾਰਨ ਖਾਲਸੇ ਦਾ ਅਰਥ ਵੀ ਆਪਾਂ ਇਹੀ ਕਰਨੇ ਆ ਨਾ। ਦੋ ਅਰਥ ਕੀਤੇ ਜਾਂਦੇ ਨੇ। ਇੱਕ ਤੇ ਖਾਲਸ ਦਾ ਅਖਰੀ ਅਰਥ ਹੁੰਦਾ ਸ਼ੁੱਧ, ਜਿਹਦੇ ਵਿੱਚ ਕੋਈ ਮੈਲ ਨਹੀਂ, ਬਿਲਕੁਲ ਸ਼ੁੱਧ। ਤੇ ਦੂਸਰਾ ਖਾਲਸੇ ਦਾ ਅਖਰੀ ਅਰਥ ਕਰਦੇ ਨੇ ਸਿਆਣੇ ਕਿ ਜ਼ਮੀਨ ਦਾ ਉਹ ਟੁਕੜਾ ਜਿਹਦਾ ਸੰਬੰਧ ਕਿਸੇ ਚੌਧਰੀ ਨਾਲ, ਕਿਸੇ ਜਾਗੀਰਦਾਰ ਨਾਲ, ਕਿਸੇ ਸਰਪੰਚ ਨਾਲ, ਕਿਸੇ ਨਾਲ ਨਾ ਹੋਵੇ, ਜਿਸ ਜ਼ਮੀਨ ਦੇ ਟੁਕੜੇ ਦਾ ਸੰਬੰਧ ਸਿੱਧਾ ਰਾਜੇ ਦੇ ਨਾਲ ਹੋਵੇ। ਇੱਥੇ ਮੈਂ ਥੋੜਾ ਜਿਹਾ ਵਿੱਚੋਂ ਨਿਕਲਿਆ, ਮੈਨੂੰ ਬਖਸ਼ਿਓ। ਭਾਈ ਸਾਹਿਬ ਭਾਈ ਗੁਰਦਾਸ ਦੂਜੇ ਦੀ ਅਸੀਂ ਇੱਕ ਪੰਕਤੀ ਪੜ੍ਹਨੇ, ਉੱਥੇ ਬਚਨ ਆਉਂਦਾ ਹੈ ਕਿ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿੱਚ ਸਿੱਧਾ ਖੇਲਾ। ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਪੀਵੋ ਪੌਲ ਖੰਡ ਧਾਰ। ਖੰਡੇ ਧਾਰ ਪਾਠ ਵੀ ਆਉਂਦਾ ਹੈ। ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਗੇਲਾ। ਅਗਲੀ ਤੋਕੇ ਗੁਰ ਸੰਗਤ ਕੀਨੀ ਖਾਲਸਾ। ਗੁਰ ਸੰਗਤ ਕੀਨੀ ਖਾਲਸਾ। ਤੇ ਜਿਹੜੀ ਗੁਰੂ ਸੰਗਤ ਹੈ ਕੀ ਪਹਿਲਾਂ ਉਹ ਸ਼ੁੱਧ ਨਹੀਂ ਸੀ? ਫਿਰ ਇੱਥੇ ਰੁਕਿਓ। ਗੁਰ ਸੰਗਤ ਕੀਨੀ ਖਾਲਸਾ ਮਨ ਮੁਖੀ ਦੁਖੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਗੁਰ ਸੰਗਤ ਕੀਨੀ ਖਾਲਸਾ ਕੀ ਸੀ? ਇਹਦੇ ਅਰਥ ਇੱਕ ਵਿਦਵਾਨ ਨੇ ਬੜੇ ਸੋਹਣੇ ਕੀਤੇ। ਗੁਰੂ ਗੋਬਿੰਦ ਸਿੰਘ ਜੀ ਦੇ ਵੇਲੇ ਤੱਕ ਮਸੰਦ ਸਿਸਟਮ ਸੀ। ਆਮ ਤੌਰ ਤੇ ਇੱਕ ਸਿੱਖ ਹੁੰਦੇ ਸਨ ਖਜ਼ੂਰੀਏ, ਜਿਹੜੇ ਗੁਰੂ ਜੀ ਦੇ ਕੋਲ ਰਹਿੰਦੇ ਸਨ।
ਦੂਜੇ ਥਾਪੇ ਗਏ ਸਨ ਮਸੰਦ। ਆਮ ਬੰਦਾ ਜਿਹੜਾ ਗੁਰੂ ਕੋਲ ਅਰਦਾਸ ਕਰਵਾਉਣ ਵਾਲਾ ਸੀ, ਉਹ ਪਹਿਲਾਂ ਮਸੰਦ ਕੋਲ ਜਾਂਦਾ ਸੀ ਕਿ ਮੇਰੀ ਤੂੰ ਗੁਰੂ ਤੱਕ ਅਰਦਾਸ ਕਰਾ ਦੇ। ਪਹਿਲਾਂ ਉਹਨਾਂ ਦੀ ਸੰਗਤ ਦੀ ਅਰਦਾਸ ਮਸੰਦਾਂ ਨੇ ਸੁਣਨੀ, ਮਸੰਦਾਂ ਨੇ ਗੁਰੂ ਕੋਲ ਆਉਣਾ। ਜਦੋਂ ਮਸੰਦ ਮਲੀਨ ਬਿਰਤੀ ਵਾਲ ਹੋ ਗਏ ਤੇ ਗੁਰੂ ਨੇ ਕਿਹਾ, ਨਹੀਂ, ਰਸਤੇ ਵਿੱਚ ਕਿਸੇ ਮਸੰਦ ਦੀ ਲੋੜ ਨਹੀਂ, ਗੁਰ ਸੰਗਤ ਕੀਨੀ ਖਾਲਸਾ। ਹੁਣ ਮੈਂ ਸੰਗਤ ਨੂੰ ਖਾਲਸਾ ਬਣਾ ਦਿੱਤਾ ਹੈ, ਸਿੱਧਾ ਸੰਬੰਧ ਤੁਹਾਡਾ ਮੇਰੇ ਨਾਲ, ਰਸਤੇ ਵਿੱਚ ਕਿਸੇ ਨਾਲ ਨਹੀਂ, ਸਿੱਧਾ ਮੇਰੇ ਨਾਲ। ਫਿਰ ਇੱਥੇ ਇੱਕ ਬੇਨਤੀ ਮੈਂ ਕਰਨੀ ਜਿਹੜੀ ਚਾਹਨਾ ਕਿ ਗੁਰੂ ਨੇ ਸਾਨੂੰ ਸਿੱਧਾ ਕਰਤੇ ਨਾਲ ਜੁੜਨ ਲਈ ਕਿਹਾ, ਪਰ ਕਿਰਤ ਵਿੱਚੋਂ ਵੀ ਕਰਤੇ ਦੇ ਦੀਦਾਰ ਕਰੀ, ਕਿਰਤ ਵਿੱਚੋਂ ਵੀ ਕਰਤੇ ਨੂੰ ਤੱਕੀ। ਆ ਸਵੇਰੇ ਜਦੋਂ ਪਾਠ ਹੋਣਾ ਹੈ ਨਾ, ਆਰਤੀ ਵਾਲਾ ਸ਼ਬਦ ਅਸੀਂ ਕਹਿੰਦੇ ਹਾਂ, ਦੇਖੋ ਮੇਰੇ ਬਾਬੇ ਨਾਨਕ ਨੇ ਜੋ ਕੁਝ ਪਰਮਾਤਮਾ ਦੀ ਕਿਰਤ ਵਿੱਚੋਂ ਤੱਕਿਆ, ਕਦੀ ਉਸ ਵਿਸਮਾਦ ਵਿੱਚ ਸਾਡਾ ਅੰਦਰ ਵੀ ਚਲਾ ਜਾਏ। ਕਰਤੇ ਦੀ ਕਿਰਤ ਹੈ। ਹਜ਼ੂਰ ਨੇ ਇੱਕ ਸ਼ਬਦ ਕਿਹਾ, ਉਹ ਮੇਰਾ ਖਿਆਲ ਹੈ ਜਦੋਂ ਅਸੀਂ ਹੁਕਮਨਾਮਾ ਲੈਂਦੇ ਹਾਂ ਉਹ ਹੁਕਮ ਰੂਪ ਵਿੱਚ ਵੀ ਆਉਂਦਾ ਹੈ। ਬਚਨ ਹੈ, ਪਹਿਲ ਪੁਰੀਏ ਪੁੰਡਰਕ ਵਨਾ, ਤਾਂਚੇ ਖੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸ਼ਾ ਬਿਰਾ ਆਥੋਨ ਪੁਰਸ਼ਾ ਦਮਰਾ, ਅਸਗਾ ਅਸ ਉਸਗਾ ਹਰ ਕਾ ਬਾਗਰਾ, ਨਾਚੈ ਪਿੰਦੀ ਮੈਂ ਸਾਗਰਾ, ਨਾਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾਚਾ ਭਰਮੀਆਂ ਚਾ, ਕੇਸ਼ਵਾ ਬਚੌਨੀ ਅਈਏ ਮਈਏ ਏਕ ਆਨ ਜਿਓ, ਪਿੰਦੀ ਉਬਕਲੇ ਸੰਸਾਰਾ, ਭ੍ਰਮ ਭ੍ਰਮ ਆਏ ਤੁਮ ਚੇ ਦੁਆਰਾ, ਤੂੰ ਕੁਨ ਰੇ ਮੈਂ ਜੀ ਨਾਮਾ, ਖੋ ਜੀ ਆਲਾ ਤੇ ਨਿਵਾਰਣਾ ਜਮ ਕਾਰਨ। ਇਹਦੇ ਅਰਥਾਂ ਨੂੰ ਥੋੜਾ ਜਿਹਾ ਆਪਾਂ ਸਮਝ ਲਈਏ ਕਿ ਹਜ਼ੂਰ ਨੇ ਦੇਖੋ ਜਿਹੜੀਆਂ ਪੁਰਾਤਨ ਮਨੌਤਾਂ ਸਨ ਉਹਨਾਂ ਦੀ ਗੱਲ ਕਰਕੇ ਫਿਰ ਸਾਨੂੰ ਕਰਤੇ ਤੱਕ ਲੈ ਗਏ। ਦੇਖੋ ਇਸ ਸ਼ਬਦ ਦੇ ਅਰਥ ਕੀ ਨੇ। ਹਿੰਦੁਸਤਾਨ ਵਿੱਚ ਪੁਰਾਤਨ ਜਾਂ ਅੱਜ ਵੀ ਅਸੀਂ ਦੇਖਦੇ ਹਾਂ, ਸਨਾਤਨੀ ਵੀਰ ਇਹ ਕਹਿੰਦੇ ਨੇ ਕਿ ਬ੍ਰਹਮਾ ਤੋਂ ਸ੍ਰਿਸ਼ਟੀ ਪੈਦਾ ਹੋਈ, ਬ੍ਰਹਮਾ ਕਮਲ ਦੇ ਫੁੱਲ ਤੋਂ ਪੈਦਾ ਹੋਇਆ। ਇਹਦੇ ਅਰਥਾਂ ਨੂੰ ਸਮਝਿਓ। ਸ਼ਬਦ ਹੈ ਪਹਿਲ ਪੁਰੀਏ ਪੁੰਡਰਕ ਵਨਾ, ਪਹਿਲਾ ਪਹਿਲ ਚਿੱਟਾ ਕੌਲ ਦਾ ਫੁੱਲ ਸੀ। ਤਾਂਚੇ ਖੰਸਾ, ਉਹਦੇ ਵਿੱਚੋਂ ਖੰਸਾ ਦਾ ਅਖਰੀ ਅਰਥ ਕਰਦੇ ਨੇ ਬ੍ਰਹਮਾ ਪੈਦਾ ਹੋਇਆ, ਬ੍ਰਹਮਾ ਜੀ ਪੈਦਾ ਹੋਏ। ਪਰ ਆਮ ਟੀਕਾਕਾਰਾਂ ਨੇ ਇਹਦੇ ਅਰਥ ਕੀਤੇ ਨੇ, ਮੈਨੂੰ ਬਖਸ਼ ਦਿਓ, ਤੇ ਅਰਥਾਂ ਦਾ ਦਾਵਾ ਕੋਈ ਨਹੀਂ। ਜੇ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਜੇ ਕੋਈ ਸਿਖਾਏਗਾ ਝੋਲੀ ਅੱਡ ਕੇ ਉਹਦੇ ਤੋਂ ਆਪਾਂ ਸਿੱਖਣ ਨੂੰ ਤਿਆਰ ਹਾਂ। ਸਿੱਖ ਦਾ ਮਤਲਬ ਇਹ ਵੇ ਕਿ ਜਿਹੜਾ ਮਰਦੇ ਦਮ ਤੱਕ ਵੀ ਦਾਵਾ ਨਾ ਕਰੇ ਮੈਂ ਸਿੱਖ ਗਿਆ, ਮਰਦੇ ਦਮ ਤੱਕ ਵੀ ਕਹੇ ਮੈਂ ਕੁਝ ਸਿੱਖਣਾ ਹੈ। ਸਿੱਖ ਗਿਆ ਨਹੀਂ, ਮੈਂ ਕੁਝ ਸਿੱਖਣਾ ਹੈ। ਜੇ ਕਹੀਏ ਜੀ ਅਰਥ ਮੈਂ ਕਰ ਗਿਆ, ਇਹ ਅਖੀਰਲਾ ਸੱਚ ਨਹੀਂ। ਗੁਰੂ ਹਰਗੋਬਿੰਦ ਸਾਹਿਬ ਕਸ਼ਮੀਰ ਦੀ ਧਰਤੀ ਤੇ ਗਏ। ਇੱਕ ਸਿਰਫ ਖਿੰਟਿਊਕ ਮਾਤਰ ਇੱਕ ਉਦਾਹਰਨ। ਰਸਤੇ ਵਿੱਚ ਜਾਂਦਿਆਂ ਗੁਰਸਿੱਖਾਂ ਨੇ ਕਿਹਾ, ਸੱਚੇ ਪਾਤਸ਼ਾਹ ਜਪਜੀ ਸਾਹਿਬ ਦਾ ਜਪ ਨਿਸ਼ਾਨ ਦਾ ਰੋਜ਼ ਪਾਠ ਕਰਨੇ ਆ, ਤੇ ਕਿਰਪਾ ਕਰਕੇ ਸਾਨੂੰ ਜਪਜੀ ਸਾਹਿਬ ਦੇ ਅਰਥ ਸਮਝਾਓ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਨਾ ਜਪਜੀ ਸਾਹਿਬ ਦੇ ਅਰਥ ਸ਼ੁਰੂ ਕੀਤੇ। ਕਿਰਪਾਲੂ ਦਾਤਾ ਜੀ ਅਰਥ ਕਰਦੇ ਰਹੇ, ਸਿੱਖਾਂ ਨੇ ਸੁਣੇ। ਜਿਸ ਦਿਨ ਜਪਜੀ ਸਾਹਿਬ ਦੇ ਅਰਥਾਂ ਦੀ ਸੰਪੂਰਨਤਾ ਹੋਈ, ਕੇਤੀ ਛੁੱਟੀ ਨਾਲ ਬਚਨ ਆਇਆ, ਤੇ ਸਿੱਖਾਂ ਨੇ ਸ਼ੁਕਰਾਨੇ ਵਜੋਂ ਅਰਦਾਸ ਕਰਕੇ ਕਿਹਾ, ਸੱਚੇ ਪਾਤਸ਼ਾਹ ਆਪ ਜੀ ਦਾ ਕੋਟਾਨ ਕੋਟ ਸ਼ੁਕਰ, ਆਪ ਜੀ ਨੇ ਜਪਜੀ ਸਾਹਿਬ ਦੇ ਅਰਥ ਸੁਣਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਉੱਤਰ ਸੀ, ਗੁਰਬਿਲਾਸ ਦਾ ਬਚਨ ਹੈ, ਬਹੁਰ ਸ਼੍ਰੀ ਮੁਖ ਬਚਨ ਬਖਾਨੂ। ਖੇ ਸਿੱਖੋ ਅਰਥ ਜਪਜੀ ਦੇ ਜ਼ਰੂਰ ਕੀਤੇ ਨੇ, ਪਰ ਚੇਤੇ ਰੱਖਿਓ ਇਹ ਜਿੰਨੀ ਸਾਨੂੰ ਸਮਝ ਪਈ ਅਰਥ ਕੀਤੇ, ਬਹੁਰ ਸ਼੍ਰੀ ਮੁਖ ਬਚਨ ਬਖਾਨੋ, ਅਰਥ ਯਾਹੇ ਗੁਰੂ ਨਾਨਕ ਜਾਣੋ। ਅਰਥ ਤਾਂ ਗੁਰੂ ਨਾਨਕ ਸਾਹਿਬ ਜਾਣੇ, ਅਰਥ ਤਾਂ ਜਿਸ ਦੇ ਅਨੁਭਵ ਵਿੱਚੋਂ ਜਿੱਥੋਂ ਅੰਦਰੋਂ ਬਚਨ ਆਏ ਉਹ ਜਾਣੇ। ਬਹੁਰ ਸ਼੍ਰੀ ਮੁਖ ਬਚਨ ਬਖਾਨੋ, ਅਰਥ ਜਾਹੇ ਗੁਰੂ ਨਾਨਕ ਜਾਣੋ। ਤੇ ਗੁਰਮੁਖੋ ਇੱਥੇ ਕੀ ਅਰਥ ਸਾਡੇ ਅੱਖਰਾਂ ਦੇ ਹੋਣਗੇ,
ਜਿੱਥੇ ਬਾਬਾ ਜੀ ਨੇ ਵੀ ਕਹਿ ਦਿੱਤਾ, ਨਾਨਕ ਕਥਨਾ ਕਰੜਾ ਸਾਰ, ਸਾਰ ਦਾ ਅਰਥ ਲੋਹਾ, ਕਿ ਇੱਥੇ ਤਾਂ ਇਹ ਕਥਨਾ ਇਸ ਤਰ੍ਹਾਂ ਜਿਵੇਂ ਦੰਦਾਂ ਨਾਲ ਲੋਹਾ ਚਬਾਣਾ। ਤੇ ਜੇ ਹਜ਼ੂਰ ਕਹਿੰਦੇ ਪਏ ਨੇ ਸਾਡੀ ਹਸਤੀ ਕੀ ਹੈ, ਪਰ ਜਿਤਨੀ ਕੁ ਸੂਝ ਪਹਿਲ ਪੁਰੀਏ ਪੁੰਡਰਕ ਵੰਨਾ। ਹਜ਼ੂਰ ਕਹਿੰਦੇ ਨੇ ਪਹਿਲਾ ਪਹਿਲ ਕਰਤੇ ਵੱਲ ਸਾਨੂੰ ਜੋੜਦੇ ਨੇ ਕਿ ਕਿਰਤ ਨੂੰ ਕਰਤੇ ਤੋਂ ਵੱਖ ਨਾ ਜਾਣੀ। ਤੇ ਉਸ ਘਰ ਦੀ ਗੱਲ ਕਰੀ ਜਿਸ ਘਰ ਵਿੱਚ ਕਰਤੇ ਦੀ ਕੀਰਤੀ ਹੋਵੇ, ਤੇ ਜਿਸ ਘਰ ਦੇ ਵਿੱਚ ਕੱਲੀ ਕਿਰਤ ਦੀਆਂ ਹੀ ਸਿਫਤਾਂ ਕੀਤੀਆਂ ਜਾਣ, ਕਰਤੇ ਨੂੰ ਭੁਲਾ ਦਿੱਤਾ ਜਾਏ, ਪਿਆਰਿਆ ਉਸ ਘਰ ਵਿੱਚ ਨਾ ਟਿਕੇ। ਹਜ਼ੂਰ ਨੇ ਬਖਸ਼ਿਸ਼ ਕੀਤੀ, ਪਹਿਲ ਪੁਰੀਏ ਪੁੰਡਰਕ ਵੰਨਾ। ਪਹਿਲਾਂ ਚਿੱਟਾ ਕੌਲ ਦਾ ਫੁੱਲ ਸੀ, ਤਾਂ ਚੇ ਖੰਸਾ ਮਨੌਤ ਹੈ ਕਿ ਉਹਦੇ ਵਿੱਚੋਂ ਬ੍ਰਹਮਾ ਜੀ ਪੈਦਾ ਹੋਏ, ਸਗਲੇ ਜੰਨਾ। ਤੇ ਬ੍ਰਹਮਾ ਜੀ ਨੇ ਸਾਰੀ ਉਤਪਤੀ ਕੀਤੀ, ਫਿਰ ਸਮਝਿਓ ਕਰਤੇ ਵੱਲ ਕਿਵੇਂ ਲਿਜਾਣਗੇ। ਇਹ ਮਨੌਤ ਹੈ। ਪਹਿਲ ਪੁਰੀਏ ਪੁੰਡਰਕ ਵੰਨਾ, ਤਾਂ ਚੇ ਹੰਸਾ ਸਗਲੇ ਜੰਨਾ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਚੰਤੀ ਨਾਚਨਾ। ਕ੍ਰਿਸ਼ਨਾ ਦਾ ਅਖਰੀ ਅਰਥ ਇੱਥੇ ਵੇ ਮਾਇਆ। ਕਹਿਣ ਲੱਗੇ ਉਸ ਦੀ ਮਾਇਆ ਰਾਹੀਂ, ਉਸ ਦੀ ਖੇਡ ਰਾਹੀਂ, ਕਹਿਣ ਲੱਗੇ ਸਭ ਕੁਝ ਬਣ ਗਿਆ ਤੇ ਜਿਹਦੇ ਵਿੱਚ ਆ ਜੀਵ ਨਾਚ ਪੈ ਕਰਦੇ। ਇਹ ਮਨੌਤ ਹੈ। ਅੱਗੇ ਉਹ ਦੱਸਣਗੇ ਆਪਣਾ ਸਿਧਾਂਤ। ਕਹਿਣ ਲੱਗੇ ਗੁਰਮੁਖਾ, ਪਹਿਲ ਪੁਰੀਏ ਪੁੰਡਰਕ ਵੰਨਾ, ਤਾਂਚੇ ਖੰਸਾ ਸਗਲੇ ਜੰਨਾ। ਕ੍ਰਿਸ਼ਨਾ ਤੇ ਜਾਨੋ ਹਰ ਹਰ ਨਾਚੰਤੀ ਨਾਚਨਾ। ਕਹਿਣ ਲੱਗੇ ਪਰ ਭੁਲੇਖੇ ਵਿੱਚ ਰਹੇ ਨਹੀਂ। ਆਖਰ ਤੂੰ ਕਹਿੰਦਾ ਕਮਲ ਦੇ ਫੁੱਲ ਵਿੱਚੋਂ ਬ੍ਰਹਮਾ ਜੀ ਉਤਪਨ ਹੋਏ, ਤੇ ਮੈਨੂੰ ਦੱਸ ਕਮਲ ਦਾ ਫੁੱਲ ਕਿਨੇ ਪੈਦਾ ਕੀਤਾ? ਕਰਤੇ ਵੱਲ ਫਿਰ ਲੈ ਗਏ, ਉਹ ਕਿਸ ਨੇ ਪੈਦਾ ਕੀਤਾ? ਤੇ ਸ਼ਬਦ ਸਨ ਪਹਿਲ ਪੁਰਸ਼ਾ ਬਿਰਾ। ਪਹਿਲ ਪੁਰਸ਼ਾ ਬਿਰਾ, ਪਹਿਲਾ ਪਹਿਲ ਉਹ ਪਰਿਪੂਰਨ ਪਰਮਾਤਮਾ, ਉਸ ਦੀ ਬਾਣੀ, ਉਸ ਦਾ ਸ਼ਬਦ ਕੀਤਾ ਪਸਾਓ, ਏਕੋ ਕਵਾਓ, ਤਿਸਤੇ ਹੋਏ ਲੱਖ ਦਰਿਆਓ। ਕਰਤੇ ਵਾਲੇ ਪਾਸੇ ਚੱਲ। ਹਜ਼ੂਰ ਕਹਿ ਰਹੇ ਨੇ ਪਹਿਲ ਪੁਰਸ਼ਾ ਬਿਰਾ, ਪਹਿਲਾ ਪਹਿਲ ਉਹ ਪੁਰਸ਼, ਉਹ ਪਰਿਪੂਰਨ ਪਰਮਾਤਮਾ, ਉਹਦੀ ਬਾਣੀ। ਅਥੋਨ, ਅਥੋਨ ਦਾ ਅਰਥ ਹੈ ਦੁਬਾਰਾ। ਪੁਰਸ਼ਾ ਦਮਰਾ, ਉਸ ਵਾਹਿਗੁਰੂ ਜੀ ਨੇ ਆਪਣੀ ਰਚਨਾ ਰਾਹੀਂ, ਆਪਣੇ ਸ਼ਬਦਾਂ ਰਾਹੀਂ ਪਿਆਰਿਓ ਆ ਸੰਸਾਰ ਦੀ ਮਾਇਆ ਸਿਰਜ ਦਿੱਤੀ, ਇਹਨੂੰ ਰਚ ਦਿੱਤਾ। ਜਿਹਨੂੰ ਹਜ਼ੂਰ ਨੇ ਆਸਾ ਕੀ ਵਾਰ ਵਿੱਚ ਕਹਿ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਇਹਨੂੰ ਹਜ਼ੂਰ ਨੇ ਕਿਹਾ ਕਰ ਆਸਣ ਡਿਠੋ ਚਾਓ। ਕਰਤੇ ਦੀ ਕਿਰਤ ਨੂੰ ਕਿਤੇ ਇਸ ਤੁਕ ਵਿੱਚੋਂ ਪੜ੍ਹ ਕੇ ਦੇਖੋ ਖਾਂ। ਰੋਜ਼ ਅਸੀਂ ਪੜ੍ਹਨੇ ਆ, ਇਹ ਰੋਜ਼ ਸੁਣਨੇ ਆ ਗੁਰਮੁਖਾਂ ਤੋਂ। ਆਪੀ ਨੇ ਆਪ ਸਾਜਿਓ, ਆਪਣੇ ਆਪ ਨੂੰ ਉਹਨੇ ਆਪ ਸਾਜਿਆ। ਤੇ ਚੇਤੇ ਰੱਖੋ, ਸਾਜਣ ਵਾਲਾ ਵੀ, ਬਣਾਉਣ ਵਾਲਾ ਵੀ, ਸਭ ਕੁਝ ਉਹਨੇ ਸਾਜਿਆ, ਨਾਉ ਵੀ ਉਹਨੇ ਰਚਿਆ। ਤੇ ਕਹਿਣ ਲੱਗੇ ਦੂਈ ਕੁਦਰਤ ਸਾਜੀਐ, ਆਪਣੇ ਤੋਂ ਆ ਦੂਜਾ ਸਭ ਕੁਝ ਬਣਾ ਦਿੱਤਾ। ਤੇ ਦੂਜਾ ਬਣਾ ਕੇ ਧੱਕਾ ਨਹੀਂ ਮਾਰ ਦਿੱਤਾ। ਇਹ ਨਹੀਂ ਕਿਹਾ ਮੈਂ ਤੇਰੇ ਤੋਂ ਨਫ਼ਰਤ ਕਰਨਾ, ਤੈਨੂੰ ਬਣਾਇਆ, ਜਾ ਮੇਰੇ ਤੋਂ ਦੂਰ। ਕਹਿਣ ਲੱਗੇ ਦੂਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਕਰ ਆਸਣ ਦਾ ਅਖਰੀ ਅਰਥ ਹੈ ਆਪਣਾ ਟਿਕਾਣਾ ਇਹਦੇ ਵਿੱਚ ਬਣਾ ਲਿਆ। ਤੇ ਇਹਨੂੰ ਡਿਠੋ ਦਾ ਅਰਥ ਵੇਖਣ ਲੱਗ ਪਿਆ। ਤੇ ਪਿਆਰਿਓ ਵੇਂਦਾ ਮਜਬੂਰੀ ਨਾਲ ਨਹੀਂ, ਵੇਖਦਾ ਕਿਸੇ ਹੋਰ ਤਰੀਕੇ ਨਾਲ ਨਹੀਂ ਕਿ ਮੇਰੀ ਮਜਬੂਰੀ ਮੈਂ ਵੇਖਣਾ ਵਾ। ਕਹਿਣ ਲੱਗੇ ਕਰ ਆਸਣ ਡਿਠੋ ਚਾਓ। ਉਸ ਕਰਤੇ ਪੁਰਖ ਨੇ ਚਾਹ ਨਾਲ ਇਹਨੂੰ ਸਭ ਕੁਝ ਵੇਖਦਾ ਪਿਆ। ਉਹ ਸੁਦਾ ਪ੍ਰੇਮ ਹੈ। ਬੇਨਤੀ ਕਰ ਰਿਹਾ ਪਹਿਲ ਪੁਰਸ਼ਾ ਬਿਰਾ, ਪਹਿਲਾ ਪਹਿਲ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਆਪ। ਆਥੋਨ ਪੁਰਸ਼ਾ ਦਮਰਾ, ਦੁਈ ਕੁਦਰਤ ਸਾਜੀਐ। ਪਰ ਚੇਤੇ ਰੱਖੀ ਦੁਈ ਤੋਂ ਪਹਿਲ ਹੈ ਪਰਮਾਤਮਾ। ਪਹਿਲ ਪੁਰਸ਼ਾ ਬਿਰਾ, ਅਥੋਨ ਪੁਰਸ਼ਾ ਦਮਰਾ। ਅਸਗਾ ਅਸ ਉਸਗਾ, ਜਦੋਂ ਇਹਦਾ ਤੇ ਉਹਦਾ, ਸਾਈਂ ਦਾ ਤੇ ਇਹਦਾ ਮਿਲਾਪ ਹੋਇਆ ਤੇ ਕੀ ਬਣਾ ਦਿੱਤਾ ਉਹਨੇ? ਖਰਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਕਰਤੇ ਦੀ ਸਿਫਤ ਕਰ ਜਿਸ ਕਰਤੇ ਨੇ ਇਹ ਕਿਰਤ ਕੀਤੀ ਹੈ। ਸਾਹਿਬ ਕਹਿ ਰਹੇ ਨੇ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ। ਪਿੰਦੀ ਦਾ ਅਖਰੀ ਅਰਥ ਹੈ ਖੂਹ ਦੀਆਂ ਟਿੰਡਾਂ। ਜਿਹੜੇ ਟਿੰਡਾਂ ਵਾਲੇ ਖੂਹ ਆਪਨੇ ਦੇਖੇ ਹੋਣੇ ਨੇ, ਜਦੋਂ ਪਾਣੀ ਬਾਹਰ ਕੱਢੀਦਾ ਤੇ ਟਿੰਡਾਂ ਵਿੱਚ ਪਾਣੀ ਛਲਕਦਾ ਹੈ। ਕਹਿਣ ਲੱਗੇ ਹੇ ਪ੍ਰਭੂ ਦੇਵ, ਤੁਸੀਂ ਸੰਸਾਰ ਨੂੰ ਬਣਾਇਆ ਤੇ ਖੂਹ ਦੀਆਂ ਟਿੰਡਾਂ ਦੀ ਤਰ੍ਹਾਂ ਕਿ ਜਿਵੇਂ ਪਾਣੀ ਛਲਕਦਾ ਇਸ ਤਰ੍ਹਾਂ ਜੀਵ ਨੱਚਦੇ ਪਏ। ਤੇਰੀ ਕਿਰਤ ਹੈ।
ਪਹਿਲ ਪੁਰਸ਼ਾ ਬਿਰਾ ਅਥੋਨ ਪੁਰਸ਼ਾ ਦਮਰਾ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ ਨਾਚੰਤੀ ਗੋਪੀ ਜੰਨਾ। ਇਸਤਰੀਆਂ ਤੇ ਮਰਦ ਸਾਰੇ ਤੇਰੀ ਖੇਡ ਨੇ ਨੱਚਦੇ ਪਏ ਨੇ। ਕਰਤਿਆ ਤੇਰੀ ਕੀਰਤੀ ਤਾਂ ਕਰਨਾ ਆ, ਮੈਂ ਤੇਰੀ ਕਿਰਤ ਤੋਂ ਕੁਰਬਾਨ ਖਾਂ। ਨਾਚੰਤੀ ਗੋਪੀ ਜੰਨਾ। ਪਰ ਅਗਲਾ ਬਚਨ ਕੀਤਾ ਨਈਆ ਤੇ ਬੈਰੇ ਕੰਨਾ। ਨਈਆ ਦਾ ਅਖਰੀ ਅਰਥ ਹੈ ਨਾਇਕ, ਨਾਇਕ ਦਾ ਅਰਥ ਹੈ ਆਗੂ, ਆਗੂ ਦਾ ਅਰਥ ਹੈ ਕਰਤਾ। ਜਿਸ ਕਰਤੇ ਦਾ ਸੋਹਿਲਾ ਗਾਣਾ ਜਿਨਨੇ ਮਰਦ ਇਸਤਰੀਆਂ ਬਣਾਏ। ਕਹਿਣ ਲੱਗੇ ਦੱਸ ਮੈਨੂੰ ਖਾਂ ਕਿਹੜਾ ਹੈ ਜਿਹੜਾ ਰੱਬ ਤੋਂ ਵੱਖਰਾ ਹੈ। ਕਰਤੇ ਕੇ ਕੇਤੇ ਵੇਸ਼, ਇੱਥੇ ਮੈਂ ਅਰਥ ਕਰਨੇ ਚਾਹਨਾ ਸਿਰਫ ਅਜੇ ਭੂਮਿਕਾ ਹੈ। ਹਜ਼ੂਰ ਕਹਿ ਰਹੇ ਨੇ ਨਈਆ ਤੇ ਬਹਿਰੇ ਕੰਨਾ, ਕੋਈ ਪਿਆਰੇ ਤੋਂ ਵੱਖ ਨਹੀਂ। ਨਾ ਚੰਤੀ ਗੋਪੀ ਜੰਨਾ, ਨਈਆ ਤੇ ਬਹਿਰੇ ਕੰਨਾ। ਤਰਕ ਨਾਚਾ, ਇਹਦਾ ਕਈ ਵਾਰੀ ਪਾਠ ਸੁਭੈਕਣ ਕਈ ਸੱਜਣ ਤੁਰਕ ਕਰ ਜਾਂਦੇ ਨੇ। ਤਰਕ ਨਾਚਾ, ਮੇਰੇ ਕਰਤੇ ਦੀ ਕਿਰਤ ਤੇ ਤਰਕ ਨਾ ਕਰੀ ਜਾਏ। ਭਰਮੀਆਂ ਚਾਹ, ਅੰਦਰ ਦੇ ਭਰਮ ਚੁੱਕਦੇ ਕਿਹੜੇ ਭੁਲੇਖਿਆਂ ਵਿੱਚ ਪੈ ਗਏ। ਤਰਕ ਨਾਚਾ ਭਰਮੀਆਂ ਚਾਹ, ਕੇਸ਼ਵਾ ਬਚਾਉਣੀ ਅਈਏ ਮਈਏ ਏਕ ਆਨ ਜਿਓ। ਕੇਸ਼ਵਾ ਦਾ ਅਰਥ ਹੈ ਸੋਹਣੇ ਕੇਸ਼ਾਂ ਵਾਲਾ, ਬਚਾਉਣੀ ਦਾ ਅਰਥ ਹੈ ਬਚਨ, ਅਈਏ ਮਈਏ ਦਾ ਆਖਰੀ ਅਰਥ ਹੈ ਇਸਤਰੀਆਂ ਤੇ ਮਰਦ। ਕਹਿਣ ਲੱਗੇ ਜਿਤਨੇ ਵੀ ਬੋਲਦੇ ਪਏ ਨੇ ਵਖਾ ਖਾਂ ਕਿਹੜਾ ਜਿਹਦੇ ਵਿੱਚ ਰੱਬ ਨਹੀਂ ਬੋਲਦਾ ਪਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।